देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स। देखो ਜਿਹੜਾ ਸਮਗਲਿੰਗ ਦਾ ਨਾ ਇਹ ਮੈਂ ਤੁਹਾਨੂੰ ਦੱਸਦਾ ਇਹਦੇ ਵਾਸਤੇ ਜਦੋਂ ਦੀ ਸਰਕਾਰ ਬਣੀ ਆ ਉਦੋਂ ਦੇ ਉਪਰਾਲੇ ਕੀਤੇ ਜਾ ਰਹੇ ਪਿਛਲੇ ਸਾਲ ਵੀ ਕਾਫੀ ਜਗ੍ਹਾ ਤੇ ਅਸੀਂ ਫੜਨ ਦੀ ਕੋਸ਼ਿਸ਼ ਕੀਤੀ ਸੀਗੀ। ਉਸ ਤੋਂ ਪਿਛਲੇ ਸਾਲ ਵੀ ਕਾਫੀ ਘਟਾਇਆ ਗਿਆ ਸੀਗਾ। ਕ੍ਰਿਮੀਨਲ ਪ੍ਰੋਸੀਡਿੰਗਸ ਵੀ ਚਾਲੂ ਕੀਤੀਆਂ ਗਈਆਂ। ਇਸ ਵਾਰੀ ਵੀ ਤਕਰੀਬਨ 70 ਦੇ ਕਰੀਬ FIRs ਰਜਿਸਟਰ ਹੋ ਚੁੱਕੀਆਂ। 130 ਦੇ ਕਰੀਬ ਟਰੱਕ ਫੜੇ ਜਾ ਚੁੱਕੇ ਆ। ਟਰਾਲੀਆਂ 11-12 ਫੜੀਆਂ ਜਾ ਚੁੱਕੀਆਂ। आशु जी इस चीज़ की कोई कैलकुलेशन की होनी अगर 2-3 साल तो कि पिछले साल कितना कुछ झोना तुसी समगल होया फड़िया या उस तो पिछले साल कितना फड़िया और इस समय तक कितना समगल होके आ चुका कितना तुसी फड़ चुके हैं। मैं थोड़ा हुण दस पिछले साल 2 साल पहला 179 लाख मीट्रिक टन साडी प्रोक्योरमेंट सख्ती वधी 170 ते आ गई और सख्ती वधी पिछले साल 163 लाख मीट्रिक टन ते आ गई। मतलब जिन्ना ਝੋਨਾ ਜਾਇਜ਼ ਸੀਗਾ ਉੱਥੇ ਤੱਕ ਅਸੀਂ ਖਿੱਚਣ ਦੀ ਉਹਨਾਂ ਨੂੰ ਕੋਸ਼ਿਸ਼ ਕੀਤੀ ਜੋ ਕਿਸਾਨਾਂ ਦਾ ਝੋਨਾ ਹੈ। ਮੈਂ ਤਾਂ ਹਮੇਸ਼ਾ ਹਰ ਇਨਕੁਆਰੀ ਲਈ ਤਿਆਰ ਹਾਂ। ਮੈਂ ਤਾਂ ਵਿਧਾਨ ਸਭਾ 'ਚ ਕਹਿਤਾ ਸੀ ਤੁਸੀਂ ਵਿਧਾਨ ਸਭਾ ਦੀ ਕਮੇਟੀ ਬਣਾ ਲਓ, ਮੈਨੂੰ ਕੋਈ ਪ੍ਰੋਬਲਮ ਹੀ ਨਹੀਂ ਹੈ। ਮੇਰੇ CM ਸਾਹਿਬ ਜਦੋਂ ਚਾਹਣਗੇ ਜਿੱਥੇ ਚਾਹਣਗੇ ਉਹਨਾਂ ਨੂੰ ਲੱਗੇਗਾ ਕਿਉਂਕਿ ਇਹ ਪ੍ਰੋਕਿਉਰਮੈਂਟ CM ਸਾਹਿਬ ਦੇ ਦਿਲ ਦੇ ਕਰੀਬ ਹੈ। ਜਿਵੇਂ ਮੈਂ ਤੁਹਾਨੂੰ ਦੱਸਿਆ किस तरह नाल निकलिया ये इशू जानकारी किवें निकली क्योंकि इस बारी जिन्ना इहदी चर्चा हुई है कि झोना समगल हो के पंजाब दे विच आ रहा है इन्नी चर्चा ਅਸੀਂ ਕਦੇ ਨਹੀਂ ਸੁਣੀ। ਤੁਹਾਨੂੰ ਦੱਸਿਆ ਸੀਗਾ ਵੀ 1872 ਤੋਂ ਵਧਾ ਕੇ ਅਸੀਂ 4000 ਮੰਡੀ ਕਰਤੀ। ਇਸ ਵਾਰੀ ਵੀ ਅਸੀਂ 1872 ਤੋਂ ਵਧਾ ਕੇ 4400 ਮੰਡੀਆਂ ਕਰਤੀਆਂ। ਸਾਹਿਬ ਜਿਹੜੀਆਂ ਬਾਕੀ ਮੰਡੀਆਂ ਉਹ ਵੀ ਅਸੀਂ ਨੋਟੀਫਾਈ ਕੀਤੀਆਂ ਨਾ। ਇਹਦਾ ਮਤਲਬ ਸਾਡੇ ਕੋਲ ਪਾਵਰ ਹੈਗੀ। ਉਹ ਜਿਹੜੀ ਪਾਵਰ ਸਾਡੇ ਕੋਲ ਹੈਗੀ ਜਦੋਂ ਸਾਨੂੰ ਲੋੜ ਪੈਗੀ ਅਸੀਂ ਵਰਤ ਲਾਂਗੇ। 116 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਹੋ ਗਈ ਤੇ ਅਸੀਂ ਉਸ ਤੇ ਹੀ ਗੱਲ ਕਰਦੇ ਹਾਂ ਜਿਹੜਾ ਸਮਗਲ ਹੋਇਆ ਝੋਨਾ ਉਹ ਕਿੰਨਾ ਆ ਗਿਆ ਪੰਜਾਬ ਦੇ ਵਿੱਚ। ਨਮਸਕਾਰ, ਦੈਨਿਕ ਸਵੇਰਾ ਟੀਵੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਹਾਂ ਪਮਿਲ ਭਾਟੀਆ। ਪੰਜਾਬ ਦੇ ਵਿੱਚ ਆਮ ਤੌਰ ਤੇ ਚਰਚਾ ਰਹਿੰਦੀ ਹੈ ਡਰੱਗਸ ਦੀ ਜਾਂ ਸ਼ਰਾਬ ਦੀ ਸਮਗਲਿੰਗ ਦੀ, ਪਰ ਇਸ ਵਾਰ ਪਹਿਲੀ ਵਾਰ ਪੰਜਾਬ ਦੇ ਵਿੱਚ ਝੋਨੇ ਦੀ ਸਮਗਲਿੰਗ ਨੂੰ ਲੈ ਕੇ ਸਿਆਸੀ ਗਲਿਆਰਿਆਂ ਦੇ ਵਿੱਚ ਖਾਸੀ ਚਰਚਾ ਹੋ ਰਹੀ ਹੈ। ਹਾਲਾਂਕਿ ਵਿਰੋਧੀ ਪਾਰਟੀਆਂ ਨੇ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਤੋਂ ਇਸ ਮਾਮਲੇ ਨੂੰ ਲੈ ਕੇ ਅਸਤੀਫਾ ਵੀ ਮੰਗਿਆ ਸੀਗਾ, ਪਰ ਝੋਨੇ ਦੀ ਸਪਲਾਈ ਕਿਸ ਤਰ੍ਹਾਂ, ਝੋਨੇ ਦੀ ਸਮਗਲਿੰਗ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਹੋਣੀ ਸ਼ੁਰੂ ਹੋ ਗਈ ਕਿਉਂਕਿ ਪੰਜਾਬ ਦੇ ਵਿੱਚ ਇਨੀ ਦਿਨੀ ਝੋਨੇ ਦੀ ਖਰੀਦ ਕੀਤੀ ਜਾ ਰਹੀ ਹੈ और बहुत सारे राइस मिलर्स ते इल्जाम लग रहे हैं कि उत्तर प्रदेश वर्गे सूबे तो झोना पंजाब दे विच लिया के MSP ते जिहड़ा वो बेचिया जा रहा हैगा, उस दे विच मोटा मुनाफा कमाया जा रहा है क्योंकि दूसरे सूबे दे विच झोने की कीमत पंजाब के मुकाबले बहुत घट हैगी है। इस सारे मसले नूं लैके गलबात करांगे। साडे नाल खुराक अते सिविल सप्लाई मंत्री भारत भूषण आशू जुड़ रहे हैं। आशू साहब बहुत बहुत स्वागत है जी। बहुत मेहरबानी जी। तो सब तो पहला जिसनों स्कैम किया जा रहा है इस ते मैं सवाल तुहानूं 2 मिनट बाद करांगा, पर पहला सवाल मोटे तौर पे है कि सरकारी खरीद किन्नी हुण तक पंजाब दे विच झोने दी हो चुकी है, किन्ने किसानां नूं पेमेंट कीती जा चुकी है? बड़ा ਐਤਕੀ ਪਿਛਲੀ ਵਾਰ ਨਾਲੋਂ ਵੀ ਜ਼ਿਆਦਾ ਔਖਾ ਸੀਜ਼ਨ ਸੀਗਾ ਜਦੋਂ ਕੋਵਿਡ ਵੀ ਹੈ, ਸਟੈਗਰਡ ਪ੍ਰੋਕਿਉਰਮੈਂਟ ਕਰਨੀ ਹੈ, ਪਿੱਛੋਂ ਜੂਟ ਦੀ ਕਮੀ ਆ ਗਈ, ਅਮਫਨ ਤੂਫਾਨ ਕਰਕੇ ਜੂਟ ਦੀ ਫਸਲ थोड़ी ख़राब हो गई। जूट मिलां पैसे ही कोविड करके अद्धी कैपेसिटी ते चल रही सी ना। ਇਹੋ ਜਿਹੇ ਮਾਹੌਲ ਦੇ ਵਿੱਚ ਇਹ ਪ੍ਰੋਕਿਉਰਮੈਂਟ ਬਹੁਤ ਜ਼ਿਆਦਾ ਔਖੀ ਸੀਗੀ। ਉਹਦੇ ਵਾਸਤੇ ਪੂਰੀਆਂ ਤਿਆਰੀਆਂ ਪਹਿਲਾਂ ਕੀਤੀਆਂ ਗਈਆਂ ਤੇ ਉਸ ਤੋਂ ਬਾਅਦ ਆਹ ਜਿਹੜੇ ਫਾਰਮਰਸ ਬਿਲਸ ਆਏ ਇਹਦੇ ਕਰਕੇ ਸਾਰੇ ਕਿਸਾਨ ਸੜਕਾਂ ਤੇ ਔਰ ਪਟੜੀਆਂ ਤੇ ਆ ਗਏ ਤੇ ਸਾਡਾ ਜਿਹੜਾ ਜੂਟ ਵਗੈਰਾ ਬਾਹਰੋਂ ਆ ਰਿਹਾ ਸੀਗਾ ਉਹ ਵੀ ਫਸ ਗਿਆ। ਤੇ ਇਹਨਾਂ ਹਾਲਾਤਾਂ ਵਿੱਚ ਪ੍ਰੋਕਿਉਰਮੈਂਟ ਕਰਨੀ ਬੜੀ ਔਖੀ ਸੀਗੀ। ਜਿਹੜੀ ਡਿਪਾਰਟਮੈਂਟ ਨੇ ਸਾਰੇ ਪ੍ਰੋਕਿਉਰਿੰਗ ਏਜੰਸੀਆਂ ਨੇ, ਮੰਡੀ ਬੋਰਡ ਨੇ ਰਲ ਕੇ ਇਹੋ ਜਿਹੇ ਇੰਤਜ਼ਾਮ ਕੀਤੇ ਵੀ ਕਿਸੇ ਨੂੰ ਕੋਈ ਮੁਸ਼ਕਿਲ ਨਾ ਆਵੇ। ਤੇ ਇਸ ਮੌਕੇ 116 ਲੱਖ ਮੀਟ੍ਰਿਕ ਟਨ ਦੇ ਕਰੀਬ ਪ੍ਰੋਕਿਉਰਮੈਂਟ ਅਸੀਂ ਕਰ ਚੁੱਕੇ ਹਾਂ। 170 ਲੱਖ ਮੀਟ੍ਰਿਕ ਟਨ ਸਾਡਾ ਟੀਚਾ ਹੈ ਜੀ। ਤੇ ਜਿਹੜੀ ਸਾਡੀ ਪ੍ਰੋਕਿਉਰਮੈਂਟ ਦੀ ਡੇਟ ਸੀਗੀ ਉਹ 30 ਨਵੰਬਰ ਤੱਕ ਸੀ। ਅਸੀਂ ਉਸ ਤੋਂ ਬਹੁਤ ਪਹਿਲਾਂ ਇਹ ਪ੍ਰੋਕਿਉਰਮੈਂਟ ਖਤਮ ਕਰ ਲਾਂਗੇ ਜਿਸ ਸਪੀਡ ਨਾਲ ਪ੍ਰੋਕਿਉਰਮੈਂਟ ਚੱਲਦੀ ਪਈ ਹੈ। 116 ਪ੍ਰੋਕਿਉਰ ਹੋ ਗਈ, ਉਹਦੇ 'ਚ 90-95 ਲੱਖ ਲਿਫਟ ਹੋ ਗਈ, ਆਲਮੋਸਟ 100 ਲੱਖ ਤੋਂ ਉੱਤੇ ਲਿਫਟ ਹੋ ਗਈ।
15,000 ਕਰੋੜ ਤੋਂ ਉੱਤੇ ਪੇਮੈਂਟ ਵੀ ਹੋ ਗਈ, ਅੱਜ 2,000 ਕਰੋੜ ਹੋਰ ਪੇਮੈਂਟ ਹੋ ਜਾਣੀ ਹੈ। ਕਿਸੇ ਵੀ ਜਗ੍ਹਾ ਤੇ ਕਿਸੇ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ, ਕਿਸੇ ਕਿਸਾਨ ਨੂੰ ਨਹੀਂ ਆਉਣ ਦਿੱਤੀ, ਕਿਸੇ ਸ਼ੈਲਰ ਵਾਲੇ ਨੂੰ ਨਹੀਂ ਆਉਣ ਦਿੱਤੀ, ਕਿਸੇ ਆੜਤੀਆਂ ਦੇ ਥਰੂ ਚਾਹੇ ਪੇਮੈਂਟ ਹੋਵੇ। ਸਾਰਾ ਜਿਹੜਾ ਸਾਡਾ ਆਪਰੇਸ਼ਨ ਹੈ ਨਾ ਬਹੁਤ ਹੀ ਸਮੂਥ ਚੱਲਿਆ। ਜਿੰਨੀਆਂ ਮੰਡੀਆਂ ਸੀਗੀਆਂ ਬੜੀਆਂ ਇਫੈਕਟਿਵਲੀ ਕੰਮ ਕਰ ਰਹੀਆਂ। ਕਰੋਨਾ ਜਾਂ ਕੋਵਿਡ ਕਰਕੇ ਜਿਹੜੇ ਇੰਤਜ਼ਾਮ ਕੀਤੇ ਹੋਏ ਸੀਗੇ ਬੜੇ ਅਵਲ ਦਰਜੇ ਦੇ ਸੀਗੇ, ਕਿਤੋਂ ਕੋਈ ਸ਼ਿਕਾਇਤ ਨਾ ਤੁਸੀਂ ਸੁਣਨ ਨੂੰ ਮਿਲੀ ਹੋਣੀ ਹੈ, ਨਾ ਆਹ ਨਵਾਂ ਜਿਹੜਾ ਇਸ਼ੂ ਤੁਸੀਂ ਗੱਲ ਕਰ ਰਹੇ ਸੀਗੇ ਇਹਦੇ ਤੇ ਵੀ ਗੱਲ ਕਰਾਂਗੇ ਜਿਵੇਂ ਤੁਸੀਂ ਪੁੱਛੋਗੇ। ਇਸ ਤੋਂ ਇਲਾਵਾ ਇਹ ਵੀ ਕਾਫੀ ਮਿਸਕਨਸੈਪਸ਼ਨ ਹੈ, ਇਹ ਵੀ ਮੈਂ ਦੂਰ ਕਰਾਂਗਾ। ਹਾਂ, ਕਮਜ਼ੋਰੀਆਂ ਰਹਿੰਦੀਆਂ, ਪਰ ਉਹ ਕਮਜ਼ੋਰੀਆਂ ਨੂੰ ਦੂਰ ਕਿਵੇਂ ਕੀਤਾ ਜਾਣਾ ਜਾਂ ਪਿੱਛੋਂ ਅਸੀਂ ਕੀ ਸਟੈਪ ਲਏ ਆ ਉਹ ਵੀ ਮੈਂ ਤੁਹਾਨੂੰ ਬਰੀਫਿੰਗ ਕਰਾਂਗਾ। 116 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਹੋ ਗਈ ਤੇ ਅਸੀਂ ਉਸ ਤੇ ਹੀ ਗੱਲ ਕਰਦੇ ਹਾਂ। ਜਿਹੜਾ ਸਮਗਲ ਹੋਇਆ ਝੋਨਾ ਉਹ ਕਿੰਨਾ ਆ ਗਿਆ ਪੰਜਾਬ ਦੇ ਵਿੱਚ? ਦੇਖੋ, ਜਿਹੜਾ ਸਮਗਲਿੰਗ ਦਾ ਨਾ ਇਹ ਮੈਂ ਤੁਹਾਨੂੰ ਦੱਸਦਾ, ਇਹਦੇ ਵਾਸਤੇ ਜਦੋਂ ਦੀ ਸਰਕਾਰ ਬਣੀ ਆ ਉਦੋਂ ਦੇ ਉਪਰਾਲੇ ਕੀਤੇ ਜਾ ਰਹੇ ਆ। ਪਿਛਲੇ ਸਾਲ ਵੀ ਕਾਫੀ ਜਗ੍ਹਾ ਤੇ ਅਸੀਂ ਫੜਨ ਦੀ ਕੋਸ਼ਿਸ਼ ਕੀਤੀ ਸੀਗੀ, ਉਸ ਤੋਂ ਪਿਛਲੇ ਸਾਲ ਵੀ ਕਾਫੀ ਘਟਾਇਆ ਗਿਆ ਸੀਗਾ। ਕ੍ਰਿਮੀਨਲ ਪ੍ਰੋਸੀਡਿੰਗਸ ਵੀ ਚਾਲੂ ਕੀਤੀਆਂ ਗਈਆਂ। ਇਸ ਵਾਰੀ ਵੀ ਤਕਰੀਬਨ 70 ਦੇ ਕਰੀਬ FIRs ਰਜਿਸਟਰ ਹੋ ਚੁੱਕੀਆਂ। 130 ਦੇ ਕਰੀਬ ਟਰੱਕ ਫੜੇ ਜਾ ਚੁੱਕੇ ਆ, ਟਰਾਲੀਆਂ 11-12 ਫੜੀਆਂ ਜਾ ਚੁੱਕੀਆਂ। ਇਹਦੇ ਨਾਲ ਨਾਲ ਇਕੱਲਾ ਇਹੀ ਨਹੀਂ ਹੈ, PDS ਦਾ ਜਿਹੜਾ ਚਾਵਲ ਉਸ ਸਟੇਟਾਂ 'ਚ ਜਾਂਦਾ ਹੈ, ਬਿਹਾਰ, UP, ਉਹ ਵੀ ਵਾਪਸ ਉਸੇ ਤਰੀਕੇ ਵਿਕ ਕੇ ਆ ਜਾਂਦਾ ਹੈ। ਤੇ ਜਿਹੜਾ ਕਿਤੇ ਨਾ ਕਿਤੇ ਇੱਥੇ ਬੋਗਸ ਬਿਲਿੰਗ 'ਚ ਆਉਂਦਾ ਸੀਗਾ, ਅਸੀਂ ਪਿਛਲੇ ਸਾਲ ਵੀ ਸ਼ੈਲਰਾਂ 'ਚ ਫੜਿਆ, ਉਹ ਸ਼ੈਲਰ ਨੂੰ ਬਲੈਕ ਲਿਸਟ ਵੀ ਕੀਤਾ ਗਿਆ ਤੇ ਉਹਨਾਂ ਤੇ ਪੈਨਲਟੀਆਂ ਵੀ ਇੰਪੋਜ਼ ਕੀਤੀਆਂ ਗਈਆਂ, ਉਹਨਾਂ ਨੂੰ ਡਿਫਾਲਟਰ ਡਿਕਲੇਅਰ ਕੀਤਾ ਗਿਆ। ਇਹ ਸਾਰੀਆਂ ਸਾਡੀਆਂ ਕੁਝ 2 ਸਾਲਾਂ ਤੋਂ ਕੋਸ਼ਿਸ਼ਾਂ ਚੱਲ ਹੀ ਰਹੀਆਂ ਇਹ ਸਾਰੇ ਸਿਸਟਮ ਨੂੰ ਠੀਕ ਕਰਨ ਲਈ। ਹੁਣ ਕਿਸਾਨਾਂ ਨੇ ਜਦੋਂ ਪਟੜੀਆਂ ਤੇ ਬੈਠੇ ਤੇ ਇਹ ਇਸ਼ੂ ਸਾਹਮਣੇ ਆ ਗਿਆ, ਜਿਹਨੂੰ ਅਸੀਂ ਕੋਸ਼ਿਸ਼ ਕਰ ਰਹੇ ਸੀ ਖਤਮ ਕਰਨ ਦੀ। ਕਿਸ ਤਰ੍ਹਾਂ ਨਾਲ ਨਿਕਲਿਆ ਇਹ ਇਸ਼ੂ, ਜਾਣਕਾਰੀ ਕਿਵੇਂ ਨਿਕਲੀ? ਕਿਉਂਕਿ ਇਸ ਵਾਰੀ ਜਿੰਨਾ ਇਹਦੀ ਚਰਚਾ ਹੋਈ ਹੈ ਕਿ ਝੋਨਾ ਸਮਗਲ ਹੋ ਕੇ ਪੰਜਾਬ ਦੇ ਵਿੱਚ ਆ ਰਿਹਾ, ਇੰਨੀ ਚਰਚਾ ਅਸੀਂ ਕਦੇ ਨਹੀਂ ਸੁਣੀ। ਮੈਂ ਇਹੀ ਦੱਸਣਾ ਚਾਹੁੰਦਾ, ਪਹਿਲਾਂ ਤਾਂ ਚਰਚਾ ਜ਼ਿਆਦਾ ਹੋ ਗਈ। 2 ਤਰ੍ਹਾਂ ਦਾ ਝੋਨਾ ਹੈ, ਇੱਕ ਹੈਗਾ ਪਰਮਲ, ਦੂਸਰੀ ਵੈਰਾਈਟੀਆਂ ਜਿਹੜੀਆਂ ਅਸੀਂ ਪ੍ਰੋਕਿਉਰ ਕਰਦੇ ਹਾਂ। ਸ਼ਰਬਤੀ ਵਗੈਰਾ ਜਿਹੜੇ ਹੈਗੇ ਉਹ ਬਾਸਮਤੀ ਕੁਆਲਿਟੀਆਂ 'ਚ ਆ ਜਾਂਦੇ ਆ। ਜਿਹੜਾ ਪਰਮਲ ਕੁਆਲਿਟੀ ਹੈ, PR ਕੁਆਲਿਟੀ ਹੈ, ਪੂਸਾ ਹੈ, ਇਹ ਅਸੀਂ ਪ੍ਰੋਕਿਉਰ ਕਰਦੇ ਹਾਂ ਸਟੇਟ ਏਜੰਸੀਆਂ, ਜਿਹੜੀ ਅਸੀਂ FCI ਨੂੰ ਚੌਲ ਬਣਾ ਕੇ ਦਿੰਦੇ। ਜਿਹੜਾ ਬਾਸਮਤੀ ਹੈ ਉਹ ਜਿਹੜਾ ਐਕਸਪੋਰਟਰ ਹੈ ਉਹ ਖਰੀਦਦਾ ਆ, ਉਹ ਪੰਜਾਬ 'ਚੋਂ ਵੀ ਖਰੀਦਦਾ, ਪੰਜਾਬ ਦੇ ਬਾਹਰੋਂ ਵੀ ਖਰੀਦਦਾ, ਉਹਦੇ ਤੇ ਕੋਈ ਰੋਕ ਨਹੀਂ ਹੈ। ਤੇ ਕੁਝ ਐਤਕੀ ਕਿਸਾਨਾਂ ਨੇ ਜ਼ਿਆਦਾ ਪ੍ਰੋਐਕਟਿਵ ਅਪਰੋਚ ਦਿਖਾਈ, ਟਰੱਕ ਰੋਕ ਕੇ ਸਾਡੀ ਜਗ੍ਹਾ ਉਹਨਾਂ ਦੀ ਮਦਦ ਨਾਲ ਵੀ ਟਰੱਕ ਫੜੇ ਨੇ ਅਸੀਂ। ਇਹ ਨਹੀਂ ਕਹਿੰਦੇ ਵੀ ਉਹਨਾਂ ਨੇ ਮਦਦ ਨਹੀਂ ਕੀਤੀ, ਪਰ ਉਹਦੇ ਨਾਲ ਉਹ ਜਿਹੜਾ ਬਾਸਮਤੀ ਦਾ ਝੋਨਾ ਆ ਰਿਹਾ ਸੀਗਾ ਨਾ ਉਹ ਜ਼ਿਆਦਾ ਇਫੈਕਟ ਹੋ ਗਿਆ। ਬਾਸਮਤੀ ਦੇ ਮਿਲਰਸ ਰੋਲਾ ਵੀ ਪਾ ਰਹੇ ਆ ਵੀ ਸਾਡੇ ਟਰੱਕ ਅੱਜ ਵੀ ਫਸੇ ਖੜੇ ਨੇ। ਉਹਨਾਂ ਨੂੰ ਕੋਈ ਰੋਕ ਨਹੀਂ ਹੈ, ਨਾ ਅਸੀਂ ਉਹਨਾਂ ਨੂੰ ਰੋਕ ਸਕਦੇ ਹਾਂ। ਉਹਦੀ ਆੜ 'ਚ ਕਈ ਵਾਰ ਪਰਮਲ ਵਾਲੇ ਲੈ ਆਂਦੇ, ਕਿਉਂਕਿ ਉੱਥੇ UP ਦੇ ਵਿੱਚ 1000-1100 ਨੂੰ ਪੈਡੀ ਆਮ ਮਿਲ ਜਾਂਦੀ ਹੈ, ਤੇ ਇੱਥੇ ਅਸੀਂ ਇੱਕ ਦਾਣਾ ਕਿਸਾਨ ਦਾ 1888 ਤੋਂ 1 ਪੈਸੇ ਘੱਟ 'ਚ ਨਹੀਂ ਖਰੀਦਦੇ। ਸਾਡੀ ਕੋਸ਼ਿਸ਼ ਰਹਿੰਦੀ ਹੈ ਪੂਰੀ ਦੀ ਪੂਰੀ ਖਰੀਦ ਹੋਵੇ। ਸੋ ਉਹ ਕਿਤੇ ਨਾ ਕਿਤੇ ਕੋਈ ਜਿਹੜਾ ਟਰੇਡਰ ਹੈ ਵਿੱਚ ਉਹ ਗੜਬੜ ਕਰ ਜਾਂਦਾ ਹੈ, ਤਾਂ ਉਹ ਡਿਪਾਰਟਮੈਂਟ ਦਾ ਕੰਮ ਹੈ, ਪ੍ਰੋਕਿਉਰਿੰਗ ਏਜੰਸੀਜ਼ ਦਾ ਕੰਮ ਹੈ ਵੀ ਉਹਨੂੰ ਕਿਸੇ ਨਾ ਕਿਸੇ ਤਰੀਕੇ ਕਿਵੇਂ ਫੜਨਾ ਆ। ਤੇ ਉਹ ਮਹਿਕਮਾ ਕਾਫੀ ਬਖੂਬੀ ਉਹਨੂੰ ਉਸ ਕੰਮ ਤੇ ਲੱਗਿਆ ਹੋਇਆ, ਪਿਛਲੇ 2-3 ਸਾਲ ਤੋਂ ਲੱਗਿਆ ਹੋਇਆ, ਔਰ ਉਹਦੇ 'ਚ ਇੰਪਰੂਵਮੈਂਟ ਵੀ ਕਾਫੀ ਹੋਈ। ਪਰ ਆਸ਼ੂ ਜੀ, ਇਸ ਚੀਜ਼ ਦੀ ਕੋਈ ਕੈਲਕੂਲੇਸ਼ਨ ਕੀਤੀ ਹੋਣੀ ਅਗਰ 2-3 ਸਾਲ ਤੋਂ, ਕਿ ਪਿਛਲੇ ਸਾਲ ਕਿੰਨਾ ਕੁ ਝੋਨਾ ਤੁਸੀਂ ਸਮਗਲ ਹੋਇਆ ਫੜਿਆ, ਜਾਂ ਉਸ ਤੋਂ ਪਿਛਲੇ ਸਾਲ ਕਿੰਨਾ ਫੜਿਆ, ਔਰ ਇਸ ਸਮੇਂ ਤੱਕ ਕਿੰਨਾ ਸਮਗਲ ਹੋ ਕੇ ਆ ਚੁੱਕਿਆ, ਕਿੰਨਾ ਤੁਸੀਂ ਫੜ ਚੁੱਕੇ? ਮੈਂ ਤੁਹਾਨੂੰ ਹੁਣ ਦੱਸਦਾ ਜੀ। ਪਿਛਲੇ ਸਾਲ 2 ਸਾਲ ਪਹਿਲਾਂ 179 ਲੱਖ ਮੀਟ੍ਰਿਕ ਟਨ ਸਾਡੀ ਪ੍ਰੋਕਿਉਰਮੈਂਟ ਸੀ। ਸਖਤੀ ਵਧੀ, 170 ਤੇ ਆ ਗਈ, ਹੋਰ ਸਖਤੀ ਵਧੀ, ਪਿਛਲੇ ਸਾਲ 163 ਲੱਖ ਮੀਟ੍ਰਿਕ ਟਨ ਤੇ ਆ ਗਈ। ਮਤਲਬ ਜਿੰਨਾ ਝੋਨਾ ਜਾਇਜ਼ ਸੀਗਾ ਉੱਥੇ ਤੱਕ ਅਸੀਂ ਖਿੱਚਣ ਦੀ ਉਹਨਾਂ ਨੂੰ ਕੋਸ਼ਿਸ਼ ਕੀਤੀ, ਜੋ ਕਿਸਾਨਾਂ ਦਾ ਝੋਨਾ ਆ। ਇਸ ਵਾਰ ਥੋੜੀ ਫਸਲ ਬਹੁਤ ਅੱਛੀ ਹੈ, ਮੌਸਮ ਅੱਛਾ ਰਿਹਾ, ਬਾਰਿਸ਼ ਵਗੈਰਾ ਹੋਈ ਨਹੀਂ, ਚੰਗੀ ਧੁੱਪ ਨਿਕਲੀ। ਜਿੱਥੋਂ ਮੈਨੂੰ ਰਿਪੋਰਟਸ ਆ ਰਹੀਆਂ, ਥੋੜਾ ਬਾਸਮਤੀ ਦੀ ਕਲਟੀਵੇਸ਼ਨ ਘਟੀ ਹੈ 11-21 ਦੀ, ਤੇ ਉੱਥੇ ਪਰਮਲ ਵਗੈਰਾ ਦੀ ਵਧੀ ਹੈ। ਇੱਧਰ ਸਾਡੀ ਜਿਹੜੇ ਸਰਹੱਦੀ ਡਿਸਟ੍ਰਿਕਟਸ ਨੇ, ਅੰਮ੍ਰਿਤਸਰ, ਤਰਨਤਾਰਨ ਵਗੈਰਾ, ਇਹਨਾਂ 'ਚ। ਪਰ ਬਿਲਕੁਲ ਇਸ ਗੱਲ ਤੋਂ ਮੁਨਕਰ ਨਹੀਂ ਹੋਣਾ ਚਾਹੀਦਾ, ਚੁਕੰਨੇ ਰਹਿਣਾ ਚਾਹੀਦਾ। ਕਿਤੇ ਨਾ ਕਿਤੇ ਟਰੇਡਰ ਗੜਬੜ ਕਰਦਾ ਹੀ ਹੈ। ਤੁਹਾਡਾ ਇਸ਼ਾਰਾ ਹੈ ਕਿ ਲੱਖਾਂ ਮੀਟ੍ਰਿਕ ਟਨ ਦੇ ਵਿੱਚ ਸਮਗਲ ਹੋ ਰਿਹਾ, ਉਹ ਗਿਣਤੀ ਲੱਖਾਂ ਦੇ ਵਿੱਚ ਹੈਗੀ ਹੈ।
ਜਿਹੜੀ 185 ਤੋਂ 160 63 ਦੇ ਕਰੀਬ ਆ ਜਾਂਦੀ ਹੈ, ਜਿਹੜੀ- ਇਹਦਾ ਮਤਲਬ yes, ਲੱਖਾਂ ਮੀਟ੍ਰਿਕ ਟਨ ਜਿਹੜਾ ਉਹ ਵਿੱਚੋਂ ਤੁਸੀਂ ਘਟਾ ਰਹੇ ਹੋ, ਉਹ ਸਮਗਲ ਹੋਇਆ। ਮੈਂ ਬਿਲਕੁਲ ਤੁਹਾਨੂੰ ਸਹੀ ਕਹਿ ਰਿਹਾ ਵੀ ਇਹਦੇ ਚ ਲੱਖਾਂ ਮੀਟ੍ਰਿਕ ਟਨ ਦੇ ਹਿਸਾਬ ਨਾਲ ਹੀ ਪਹਿਲਾਂ ਆਉਂਦਾ ਸੀਗਾ, ਜਿਹੜਾ ਅਸੀਂ ਕਾਫੀ ਘਟਾਉਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਨੰਬਰ 2, ਜਿਵੇਂ ਸਾਡੀਆਂ ਕਿਸਾਨ ਜਥੇਬੰਦੀਆਂ ਵੀ ਕਹਿੰਦੀਆਂ, ਪਿਛਲੇ ਸਾਲ ਤੋਂ ਜਿਹੜਾ ਸਾਡਾ ਪੇਮੈਂਟ ਦਾ ਸਿਸਟਮ ਹੈ ਉਹ ਆਨਲਾਈਨ ਕਰ ਦਿੱਤਾ ਗਿਆ। ਸਾਰੀ ਪੇਮੈਂਟ ਥਰੂ ਆੜਤੀਆਜ਼ ਕਿਸਾਨ ਦੇ ਖਾਤੇ 'ਚ ਆਰਟੀਜੀਐਸ ਰਾਹੀਂ ਜਾਣੀ ਹੈ, ਚੈੱਕ ਵੀ ਨਹੀਂ ਕੱਟਿਆ ਜਾਣਾ। ਜਦੋਂ ਉਸ ਕਿਸਾਨ ਦੇ ਖਾਤੇ 'ਚ ਪੇਮੈਂਟ ਜਾਣੀ ਹੈ, ਕੋਈ ਟਰੇਡਰ, ਕੋਈ ਆੜਤੀਆ ਬਗੈਰ ਕਿਸਾਨ ਦੀ ਇਨਵੋਲਵਮੈਂਟ ਤੋਂ ਪੇਮੈਂਟ ਲੈ ਨਹੀਂ ਸਕਦਾ ਸਾਡੇ ਤੋਂ। ਤੇ ਮੈਂ ਤਾਂ ਤੁਹਾਡੇ ਚੈਨਲ ਰਾਹੀਂ ਸਾਰੀ ਕਿਸਾਨ ਜਥੇਬੰਦੀਆਂ ਨੂੰ ਵੀ ਇਹ ਅਪੀਲ ਕਰੂੰਗਾ ਵੀ ਆਪਣੇ ਕਿਸਾਨ ਭਰਾਵਾਂ ਨੂੰ ਕਹੋ ਇਹਨਾਂ ਦਾ ਬਿਲਕੁਲ ਸਾਥ ਨਾ ਦੇਣ, ਕਿਉਂਕਿ ਆਉਣ ਵਾਲੀਆਂ ਨਸਲਾਂ ਨੂੰ ਜੇ ਇਹ ਐਮਐਸਪੀ ਰਜੀਮ ਰਹੇਗਾ ਤਾਂ ਹੀ ਫਾਇਦਾ ਰਹਿਣਾ। ਇਹ ਛੋਟੇ-ਮੋਟੇ ਕਿਸੇ ਦੇ ਬਹਿਕਾਵੇ 'ਚ ਆ ਕੇ ਅਸੀਂ ਉਹਨਾਂ ਨੂੰ ਆਪਣਾ ਨਾਮ, ਆਪਣਾ ਅਕਾਊਂਟ ਦੇ ਦਈਏ ਤੇ ਆਪਣੀ ਫਸਲ ਦਿਖਾ ਦਈਏ, ਇਹ ਅਸੀਂ ਪ੍ਰੋਕਿਉਰਮੈਂਟ ਤੋਂ ਬਾਅਦ ਚੈੱਕ ਕਰ ਹੀ ਲੈਣਾ ਵੀ ਕਿਹੜੇ ਕਿਸਾਨ ਕੋਲ ਅਨਯੂਜੂਅਲੀ ਜ਼ਿਆਦਾ ਪੇਮੈਂਟ ਕਿਸ ਤਰੀਕੇ ਚਲੇ ਗਈ, ਜਦ ਕਿ ਉਹਦੀ ਟ੍ਰੈਡੀਸ਼ਨਲੀ ਪਿਛਲੇ ਸਾਲ ਦਾ ਸਾਡੇ ਕੋਲ ਰੈਕਡ ਹੈਗਾ, ਉਹਦੇ ਨਾਲ ਕੰਪੇਅਰ ਹੋ ਜਾਣਾ। ਜੇ ਉਹਦੀ ਫਸਲ ਵਧੀ ਹੈ, ਜੇ 10% ਹੈ ਓਵਰਆਲ, ਐਗਰੀਕਲਚਰ ਡਿਪਾਰਟਮੈਂਟ ਜਿਸ ਤਰੀਕੇ ਦੱਸ ਰਿਹਾ ਵੀ ਥੋੜਾ ਜਿਹਾ ਇਸ ਵਾਰ ਬੰਪਰ ਕ੍ਰੌਪ ਹੈ, ਤੇ ਉਨੀ ਕੁ ਤਾਂ ਛੱਡੀ ਜਾ ਸਕਦੀ ਹੈ। ਅਗਰ ਕਿਤੇ ਕੋਈ ਸਮਗਲਿੰਗ ਹੋ ਕੇ ਇੱਥੇ ਸਾਡੀ ਮੰਡੀ 'ਚ ਆ ਕੇ ਵਿਕੀ ਹੈ ਤਾਂ ਉਹਦੀ ਪੇਮੈਂਟ ਤਾਂ ਭਾਈ ਸਾਹਿਬ ਕਿਸਾਨ ਦੇ ਨਾਮ ਤੇ ਹੀ ਹੋਣੀ, ਆੜਤੀਏ ਦੇ ਨਾਮ, ਟਰੇਡਰ ਦੇ ਨਾਮ ਨਹੀਂ ਹੋ ਸਕਦੀ। ਤੇ ਉਹ ਕਿਸਾਨ ਦੇ ਨਾਮ ਜ਼ਮੀਨ ਕਿੰਨੀ ਹੈ ਅਸੀਂ ਚੈੱਕ ਕਰ ਲਾਂਗੇ। ਉਸ ਕਿਸਾਨ ਦੇ ਨਾਮ ਉਹਨੇ ਜੇ ਅਗਰ ਠੇਕੇ ਤੇ ਵੀ ਲਈ ਹੈ ਤਾਂ ਕਿੰਨੀ ਲਈ ਹੈ, ਕਿੱਦਾਂ ਲਈ ਹੈ, ਜਿਹਦੀ ਠੇਕੇ ਤੇ ਲਈ ਹੈ ਕਿਤੇ ਉਹਦੇ ਨਾਂ ਤੇ ਤਾਂ ਨਹੀਂ ਪੇਮੈਂਟ ਹੋ ਰਹੀ, ਇਹ ਤਾਂ ਸਭ ਚੈੱਕ ਹੋ ਜਾਣਾ ਹੈ। ਇਹ ਤਾਂ ਇਸ ਵੇਲੇ ਸਿਸਟਮ ਇੰਨੇ ਵਧੀਆ ਇਨ ਪਲੇਸ ਹੋ ਗਏ, ਜਿਹੜੀਆਂ ਪੇਮੈਂਟਸ ਹੋਈਆਂ ਉਹਦੇ ਨਾਲ ਮੈਚ ਕਰਕੇ ਤੁਸੀਂ ਫੜ ਰਹੇ ਹੋ ਕਿ ਕਿਹੜੇ ਕਿਸਾਨ ਦੀ ਫਸਲ ਇਸ ਵਾਰੀ ਵਧੀ ਹੈ ਜਾਂ ਘਟੀ ਹੈ। ਸਾਡੀਆਂ ਟੀਮਾਂ ਸਾਰੀਆਂ ਉਹੀ ਭਾਟੀ ਸਾਹਿਬ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ। ਇੱਕੋ ਦਮ ਹਾਈਪ ਹੋ ਗਿਆ, ਟਰੱਕ ਆ ਰਹੇ। ਜਦੋਂ ਟਰੱਕ ਹਜ਼ਾਰਾਂ ਦੇ ਕਰੀਬ ਟਰੱਕ ਆਏ ਤਾਂ ਉਹ ਵੈਰੀਫਾਈ ਕੀਤੇ ਗਏ, ਬਾਸਮਤੀ ਨਿਕਲੀ, ਉਹ ਚਲੇ ਗਏ ਅੱਗੇ। ਉਹਦੇ ਕਲਿੱਪਸ ਵੀ ਬਣੇ ਜੀ, ਪਤਾ ਨਹੀਂ ਮਹਿਕਮਾ ਕੀ ਕਰੀ। ਮਹਿਕਮਾ ਇਦਾਂ ਕਿਤੇ ਕਰ ਸਕਦਾ ਹੈ ਵੀ ਕਿਸਾਨ ਟਰੱਕ ਫੜਨ ਔਰ ਉਹਦੇ 'ਚ ਡੀਸੀ ਇਨਵੋਲਵ ਹੈ, ਮੰਡੀ ਬੋਰਡ ਇਨਵੋਲਵ ਹੈ, ਪ੍ਰੋਕਿਉਰਿੰਗ ਏਜੰਸੀਜ਼ ਦੇ ਬੰਦੇ ਇਨਵੋਲਵ ਹੈ, ਫੂਡ ਡਿਪਾਰਟਮੈਂਟ ਇਨਵੋਲਵ ਹੈ, ਸਾਰੇ ਚੈੱਕ ਕਰਦੇ ਆ, ਉਹਦੇ ਕਾਗਜ਼ ਦੇਖਦੇ ਆ, ਕੁਆਲਿਟੀ ਦੇਖਦੇ ਆ ਉਹਨੂੰ। ਜਿਹੜੇ ਪਰ ਤੁਸੀਂ ਰਾਈਸ ਮਿਲਰਸ ਦਾ ਜ਼ਿਕਰ ਕੀਤਾ, ਰਾਈਸ ਮਿਲਰਸ ਦੀ ਸ਼ਿਕਾਇਤ ਹੀ ਇਹੀ ਹੈ, ਕਹਿੰਦੇ ਕਿ ਚੈੱਕ ਨਹੀਂ ਹੈਗਾ ਕਿ ਉਹ ਬਾਸਮਤੀ ਹੈ ਕਿ ਨਾਨ ਬਾਸਮਤੀ ਹੈਗਾ, ਇਹਦਾ ਪ੍ਰੋਪਰ ਚੈੱਕ ਨਹੀਂ ਹੈਗਾ। ਜਾਂ ਤੇ ਮੰਡੀ ਮਾਰਕੀਟ ਕਮੇਟੀ ਦੇ ਜਾਂ ਕਿਸਾਨ ਆਪ ਹੀ ਟਰੱਕ ਰੋਕ ਕੇ ਚੈੱਕ ਕਰ ਰਹੇ ਨੇ, ਸਰਕਾਰੀ ਤੌਰ ਤੇ ਚੈੱਕ ਨਹੀਂ ਹੈਗਾ ਕਿਤੇ। ਤੁਹਾਨੂੰ ਮੈਂ ਦੱਸ ਦੇਣਾ, ਇਹ ਜਿਹੜੇ ਮੇਨ ਬੈਰੀਅਰਸ ਨੇ, ਜਿੱਥੋਂ ਮੇਨ ਐਂਟਰੀਆਂ ਨੇ, ਇੱਥੋਂ ਬਨੂੜ ਹੈ, ਸ਼ੰਭੂ ਬੈਰੀਅਰ ਹੈ, ਰਾਮਪੁਰ ਹੈ, ਅੱਗੇ ਮਾਨਸਾ ਦੇ ਇਲਾਕੇ ਹੈ, ਅੱਗੇ ਖਨੌਰੀ ਹੈ, ਸੰਗਰੂਰ ਲਾਗੇ, ਅੱਗੇ ਡੱਬ ਵਾਲੀ ਹੈ, ਇਹਨਾਂ ਸਾਰਿਆਂ ਤੇ ਸਾਡੇ ਬੈਰੀਅਰ ਲੱਗੇ। ਸਭ ਜਗ੍ਹਾ ਪੁਲਿਸ ਔਰ ਮੰਡੀ ਬੋਰਡ ਦੇ ਅਧਿਕਾਰੀ ਬੈਠੇ ਆ। ਇਹ ਮੰਡੀ ਬੋਰਡ ਦੇ ਡੋਮੇਨ 'ਚ ਆ ਜਾਂਦਾ, ਐਗਰੀਕਲਚਰ ਡਿਪਾਰਟਮੈਂਟ। ਪਰ ਕੋਆਰਡੀਨੇਸ਼ਨ ਸਾਡੀ ਸਾਰੇ ਮਹਿਕਮਿਆਂ ਦੀ, ਕਿਉਂਕਿ ਪ੍ਰੋਕਿਉਰਮੈਂਟ ਇੰਨੀ ਕੁ ਜ਼ਿਆਦਾ ਸਾਡੇ ਸੀਐਮ ਸਾਹਿਬ ਦੇ ਕਰੀਬ ਆ, ਇਹ ਸਾਰਾ ਆਪਰੇਸ਼ਨ ਉਹ ਆਪ ਖੁਦ ਮੋਨੀਟਰ ਕਰਦੇ ਆ ਉਹਨੂੰ, ਤੇ ਕਿਸੇ ਦੀ ਜ਼ਰੂਰਤ ਨਹੀਂ ਹੁੰਦੀ। ਸਾਰੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ, ਸਾਡੇ ਡੀਸੀਜ਼, ਐਸਡੀਐਮਸ, ਐਸਐਸਪੀ ਇਹਦੇ 'ਚ ਇਨਵੋਲਵ ਰਹਿੰਦੇ ਵੀ ਕਿਤੇ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ। ਆ ਕਿਸਾਨ ਜਥੇਬੰਦੀਆਂ ਦੇ ਜਿਹੜੇ ਚੱਲਦਾ ਪਿਆ ਅੰਦੋਲਨ, ਇਹਦੇ ਕਰਕੇ ਵੀ ਅਸੀਂ ਉਹਨਾਂ ਨੂੰ ਅਪੀਲ ਕੀਤੀ। ਮੈਂ ਵੀ ਕਿਸਾਨ ਜਥੇਬੰਦੀ ਦੇ ਲੀਡਰ ਸਾਹਿਬਾਨਾਂ ਨਾਲ ਗੱਲ ਕੀਤੀ, ਸਾਡੇ ਡਾਇਰੈਕਟਰ ਫੂਡ, ਸੈਕਟਰੀ ਮੰਡੀ ਬੋਰਡ, ਉਹਨਾਂ ਨੇ ਵੀ ਦੱਸਿਆ ਵੀ ਬਾਸਮਤੀ ਨੂੰ ਨਹੀਂ ਰੋਕਿਆ ਜਾ ਸਕਦਾ, ਦੂਸਰੇ ਨੂੰ ਜਿੱਥੇ ਤੁਸੀਂ ਕਹੋਗੇ ਇਮੀਡੀਏਟ ਸਾਡੇ ਅਧਿਕਾਰੀਆਂ ਨੂੰ ਇਨਫੋਰਮ ਕਰੋ। ਮੈਂ ਆਪਣਾ ਨੰਬਰ ਦੇ ਕੇ ਆਇਆ ਵੀ ਸਾਨੂੰ ਦਿਓ, ਅਧਿਕਾਰੀ ਮੌਕੇ ਤੇ ਪਹੁੰਚਣਗੇ, ਵੈਰੀਫਾਈ ਕਰਨਗੇ, ਰੋਕਣ ਵਾਲਾ ਉਹਨੂੰ ਥਾਣੇ ਦੇ ਅੰਦਰ ਜ਼ਬਤ ਕਰਾਂਗੇ, ਛੱਡਣ ਵਾਲਾ ਉਹਨੂੰ ਛੱਡ ਦਿਆਂਗੇ। ਤੇ ਥੋੜਾ ਫਿਰ ਸਟ੍ਰੀਮਲਾਈਨ ਹੋਇਆ, ਪਰ ਕਿਤੇ ਨਾ ਕਿਤੇ ਪੰਜਾਬ ਹੈ, ਕੋਈ ਆਵਾਜ਼ ਉੱਠਦੀ ਹੈ। ਇਹ ਕਲੈਰਿਟੀ ਲਿਆਣੀ ਬਹੁਤ ਜ਼ਰੂਰੀ ਸੀ, ਤੁਸੀਂ ਅੱਜ ਮੌਕਾ ਦਿੱਤਾ ਤੇ ਮੈਂ ਉਹ ਕਲੈਰਿਟੀ ਲਿਆਂਦੀ। ਪਰ ਹਾਂ, ਜਿਨ੍ਹਾਂ ਨੇ ਅੱਜ ਵੀ ਕਰੀ, ਅੱਜ ਸਿਸਟਮ ਇੰਨਾ ਵਧੀਆ ਹੋ ਚੁੱਕਿਆ ਭਾਟੀਆ ਸਾਹਿਬ, ਕੋਈ ਵੀ ਚੀਜ਼ ਫੜਨੀ ਔਖੀ ਨਹੀਂ ਹੈ। ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ, ਕਿਉਂਕਿ ਹੁਣ ਜਿਹੜੀ ਪੇਮੈਂਟ ਹੈ, ਅੱਗੇ ਤਾਂ ਆੜਤੀਆਂ ਨੂੰ ਅਸੀਂ ਦੇ ਦਿੰਦੇ ਸੀ ਤੇ ਉਹ ਚੈੱਕ ਕਰਕੇ ਆਪਣੇ ਬੰਦਿਆਂ ਨੂੰ ਦਿੰਦੇ ਸੀਗੇ। ਹੁਣ ਉਹ ਫਾਰਮਰ ਰਜਿਸਟਰ ਹੋ ਚੁੱਕਿਆ ਸਾਡੇ ਪੋਰਟਲ ਦੇ ਉੱਤੇ ਪਿਛਲੇ ਸਾਲ ਤੋਂ। ਉਹਦੇ 'ਚ ਹੋਰ ਵੀ ਸੁਧਾਰ ਹੋ ਰਿਹਾ, ਜੋ ਪਿਛਲੇ ਸਾਲ ਕਮੀਆਂ ਰਹਿ ਗਈਆਂ ਸੀ ਐਤਕੀ ਹੋਰ ਵੀ ਸੁਧਾਰ ਕਰੇ ਨੇ। ਤੇ ਉਹਨਾਂ ਦੇ ਵਿੱਚ ਜਿੰਨੀ ਪੇਮੈਂਟ ਜਾਏਗੀ, ਜਿੱਥੇ ਇਨਕਰੀਜ਼ ਜ਼ਿਆਦਾ ਹੈ ਉਹ ਚੈੱਕ ਹੋ ਜਾਏਗਾ। ਸਾਡੀ ਕੋਸ਼ਿਸ਼ ਹੈ, ਸਾਡੀਆਂ ਟੀਮਾਂ ਸਭ ਜਗ੍ਹਾ ਪਹੁੰਚ ਗਈਆਂ, ਜਿੱਥੇ ਜਿਹੜੇ ਡਿਸਟ੍ਰਿਕਟਸ ਦੇ ਵਿੱਚ ਸਾਨੂੰ ਖਦਸ਼ੇ ਹੈ ਵੀ ਉੱਥੇ
ਪ੍ਰੋਕਿਊਰਮੈਂਟ ਵੱਧ ਰਹੀ ਹੈ ਉਹਨਾਂ 'ਚ ਬੈਠ ਕੇ ਹੈ ਚੈਕਿੰਗ। ਕਿਹੜੇ ਜ਼ਿਲ੍ਹਿਆਂ 'ਚ ਹੈਗੀ ਹੈ ਵੈਸੇ ਪ੍ਰੋਕਿਊਰਮੈਂਟ ਹਾਲੇ ਤਾਂ ਜ਼ਿਆਦਾ ਜਿੱਥੇ ਤੁਹਾਨੂੰ ਲੱਗਦਾ ਕਿ ਗੜਬੜ ਜ਼ਿਆਦੀ ਹੋਈ ਹੈ, ਕਿਹੜੇ ਜ਼ਿਲ੍ਹਿਆਂ 'ਚ ਹਾਲੇ ਅੰਡਰ ਸਕੈਨਰ ਜਿਹੜੇ ਅੰਡਰ ਸਕੈਨਰ ਨੇ ਜਿਹੜੇ ਹਰਿਆਣੇ ਨਾਲ ਲੱਗਦੇ ਨੇ, ਜਾਂ ਬਿਲਿੰਗ ਹੁੰਦੀ ਹੈ ਆਰਓ 'ਚ ਜਾ ਕੇ ਉਹ ਜਿਹੜੇ ਸਰਹੱਦੀ ਸੂਬਿਆਂ ਦੀ ਜਿੱਥੇ ਪ੍ਰੋਕਿਊਰਮੈਂਟ ਆਲਮੋਸਟ ਕੰਪਲੀਟ ਹੈ, ਤਰਨਤਾਰਨ, ਗੁਰਦਾਸਪੁਰ, ਅੰਮ੍ਰਿਤਸਰ, ਫਾਜ਼ਿਲਕਾ, ਇਹ ਤੇ ਜਿੱਥੇ ਹਰਿਆਣੇ ਵੱਲੋਂ ਜਾਂ ਉਧਰੋਂ ਲਿਆਣੀ ਸੌਖੀ ਰਹੀ ਯੂਪੀ ਦੀ ਪੈਡੀ, ਪਟਿਆਲਾ ਹੈ, ਥੋੜਾ ਸੰਗਰੂਰ ਹੈ, ਮਾਨਸਾ ਹੈ, ਇਹ ਜ਼ਿਲ੍ਹਿਆਂ 'ਚ ਵੀ ਅਸੀਂ ਸਾਰੀ ਜਗ੍ਹਾ ਉਹ ਚੌਕਸੀ ਰੱਖੀ ਹੋਈ ਹੈ। ਜਿੱਥੇ ਜਿੱਥੇ ਸਾਡੇ ਆਪਰੇਸ਼ਨਸ ਨੇ ਥੋੜੇ ਕੰਪਲਿਕੇਟਡ ਨੇ, ਕਿਤੇ ਪੈਡੀ ਸਰਪਲਸ ਏਰੀਆ, ਕਿਤੇ ਪੈਡੀ ਡੈਫੀਸ਼ੀਟ ਏਰੀਆ ਹੈ, ਉਹ ਫਿਰ ਸਰਪਲਸ ਵਾਲੇ ਡੈਫੀਸ਼ੀਟ ਏਰੀਆ 'ਚ ਆਰਓ ਕੱਟ ਕੇ ਲਿਆਣੀ ਹੁੰਦੀ ਆ। ਉਹ ਆਰਓ ਦੇ ਟਰੱਕਾਂ ਨੂੰ ਵੀ ਜਦੋਂ ਮੂਵਮੈਂਟ ਚੱਲ ਰਹੀ ਸੀਗੀ ਉਹਨੂੰ ਵੀ ਸ਼ੰਕਾ ਨਾਲ ਦੇਖਿਆ ਗਿਆ। ਇਹ ਜਿਹੜਾ ਪ੍ਰੋਕਿਊਰਮੈਂਟ ਦਾ ਆਪਰੇਸ਼ਨ ਹੈ ਨਾ, ਕੋਈ ਬੰਦਾ ਥੱਲੜੇ ਲੈਵਲ ਤੇ ਕਰਪਸ਼ਨ ਕਰ ਸਕਦਾ ਹੈ, ਮੈਂ ਮੁਨਕਰ ਨਹੀਂ ਹੋ ਸਕਦਾ, ਗੜਬੜ ਵੀ ਹੋ ਸਕਦੀ ਹੈ, ਪਰ ਜਿਹੜਾ ਪੰਜਾਬ ਦਾ ਪ੍ਰੋਕਿਊਰਮੈਂਟ ਦਾ ਆਪਰੇਸ਼ਨ ਹੈ ਨਾ, ਇਹ ਬੜਾ ਸਾਫ਼ ਸੁਥਰਾ, ਇਹ ਦਾਗੀ ਨਹੀਂ ਹੋਣਾ ਚਾਹੀਦਾ। ਅਗਰ ਪ੍ਰੋਕਿਊਰਮੈਂਟ ਦਾ ਆਪਰੇਸ਼ਨ ਦਾਗੀ ਹੋ ਜਾਂਦਾ ਤਾਂ ਸੈਂਟਰ ਨੂੰ ਇੱਕ ਹੋਰ ਮੌਕਾ ਮਿਲ ਜਾਂਦਾ, ਜਿਵੇਂ ਉਹ ਬਾਰ-ਬਾਰ ਕਦੀ ਬਿਲਸ ਲਿਆ ਰਿਹਾ ਤੇ ਕਦੀ ਫੰਡਸ ਰੋਕ ਰਿਹਾ। ਇਹ ਜਿਹਾ ਕੁਝ ਹੋਰ ਹੋਇਆ, ਇਹ ਤੁਹਾਨੂੰ ਲੱਗਦਾ ਨਹੀਂ ਦਾਗੀ ਹੋਇਆ? ਕਿਉਂਕਿ ਇੱਕ ਆਰਗੇਨਾਈਜ਼ਡ ਕ੍ਰਾਈਮ ਵਰਗਾ ਇਹ ਨਜ਼ਰ ਆਉਂਦਾ ਹੈ। ਯੂਪੀ ਬਿਹਾਰ ਦੇ ਵਿੱਚ ਝੋਨਾ ਪੰਜਾਬ ਤੋਂ ਪਹਿਲੇ ਆ ਜਾਂਦਾ, ਇਹਦਾ ਮਤਲਬ ਜਦੋਂ ਪੰਜਾਬ ਦੇ ਵਿੱਚ ਖਰੀਦ ਸ਼ੁਰੂ ਹੁੰਦੀ ਉਸ ਤੋਂ ਪਹਿਲੇ ਸਾਰੀ ਚੀਜ਼ਾਂ ਆਰਗੇਨਾਈਜ਼ ਕੀਤੀਆਂ ਗਈਆਂ। ਕਿਹਨਾਂ ਨੇ ਲੋਕਾਂ ਨੇ ਲੈ ਕੇ ਆਉਣੀ ਹੈ, ਕਿਹਨਾਂ ਨੇ ਪੰਜਾਬ 'ਚ ਐਂਟਰ ਕਰਾਉਣੀ ਹੈ, ਕਿਹਨਾਂ ਨੇ ਮੰਡੀਆਂ ਤੱਕ ਪਹੁੰਚਾਉਣੀ ਔਰ ਕਿਹਨਾਂ ਨੇ ਕਿਸਾਨਾਂ ਤੱਕ ਪਹੁੰਚਾਉਣੀ। ਇਹੀ ਚੀਜ਼ ਮੇਰਾ ਸਵਾਲ ਇਹ ਹੈਗਾ ਮੰਤਰੀ ਸਾਹਿਬ ਕਿ ਉਹ ਲੋਕ ਵੀ ਆਇਡੈਂਟੀਫਾਈ ਕੀਤੇ ਆ ਕਿ ਜਿਹੜੇ ਇਸ ਸਾਰੀ ਕੜੀ ਦੇ ਨਾਲ ਜੁੜੇ ਹੋਏ ਨੇ ਵੱਖ-ਵੱਖ ਵਿਭਾਗਾਂ ਦੇ। ਮੈਂ ਤੁਹਾਡੀ ਇਹੀ ਗੱਲ ਦਾ ਜਵਾਬ ਦੇਣ ਲੱਗਿਆ ਸੀ ਵੀ ਆਹ ਬਿਲਸ ਨਾਲੋਂ ਜ਼ਰੂਰਤ ਸੀਗੀ ਸੈਂਟਰ ਨੂੰ ਉਹਨਾਂ ਸੂਬਿਆਂ ਦੇ ਉੱਤੇ ਨਕੇਲ ਕੱਸਣ ਦੀ, ਉਹਨਾਂ ਸੂਬਿਆਂ ਦੇ ਵਿੱਚ ਮੰਡੀਕਰਨ ਢਾਂਚਾ ਡਿਵੈਲਪ ਕਰਨ ਦੀ, ਉੱਥੇ ਦੇ ਕਿਸਾਨਾਂ ਨੂੰ ਸਹੂਲੀਅਤ ਦੇਣ ਦੀ, ਉੱਥੇ ਦੇ ਕਿਸਾਨਾਂ ਨੂੰ ਪੂਰਾ ਫਸਲ ਦਾ ਮੁੱਲ ਮਿਲੇ ਉਹ ਦੇਣ ਦੀ। ਉਹਦੇ ਬਦਲੇ ਉੱਥੇ ਕੁਝ ਠੀਕ ਕਰਨ ਦੇ ਬਦਲੇ ਪੰਜਾਬ 'ਚ ਜਿੱਥੇ ਢਾਂਚਾ ਇਹ ਬਣਿਆ ਹੋਇਆ ਹੈ ਉਹਨੂੰ ਤਬਾਹ ਕਰਨ ਤੇ ਸੈਂਟਰ ਲੱਗ ਗਈ। ਸਰ ਪੀਡੀਐਸ ਦਾ ਚੌਲ ਸਾਨੂੰ ਪੂਰੀ ਗੱਲ ਤਾਂ ਹੋਣ ਦਿਓ। ਨਹੀਂ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਕਿ ਸੈਂਟਰ ਨੂੰ ਜ਼ਰੂਰਤ ਸੀ, ਮੈਂ ਇਹ ਕਹਿ ਰਿਹਾ ਕਿ ਸਾਨੂੰ ਨਹੀਂ ਇਹ ਜ਼ਰੂਰਤ ਸੀਗੀ ਕਿ ਅਸੀਂ ਐਂਟਰੀ ਪੁਆਇੰਟਸ ਤੇ ਰੋਕ ਦਿੰਦੇ ਉਹਨੂੰ, ਜਾਂ ਜਿਹੜੀ ਚੀਜ਼ ਤੁਸੀਂ 2-3 ਸਾਲ ਤੋਂ ਆਇਡੈਂਟੀਫਾਈ ਕਰ ਚੁੱਕੇ ਹੋ ਕਿ ਇਹ ਕ੍ਰਾਈਮ ਹੋ ਰਿਹਾ ਔਰ ਇਹਨੂੰ ਇਸ ਵਾਰੀ ਰੋਕਿਆ ਜਾ ਸਕਦਾ, ਜਦ ਕਿ ਇਸ ਵਾਰੀ ਜ਼ਿਆਦਾ ਰੌਲਾ ਪੈ ਗਿਆ। ਜੇ ਤੁਸੀਂ ਜਵਾਬ ਲੈਣਾ ਨਾ ਤਾਂ ਮੇਰੀ ਗੱਲ ਪੂਰੀ ਹੋਣ ਦਿਓ। ਆਪਣੇ ਕੋਲ 2 ਮਿੰਟ ਹੋਰ ਲੈ ਲਿਓ, ਕੋਈ ਗੱਲ ਨਹੀਂ, ਮੈਂ ਪੂਰੀ ਗੱਲ ਦਾ ਜਵਾਬ ਦਊਂਗਾ। ਸਰ ਪੀਡੀਐਸ ਦਾ ਚੌਲ ਅਸੀਂ ਇੱਥੋਂ ਭੇਜਦੇ ਹਾਂ, ਐਫਸੀਆਈ ਦੇ ਥਰੂ ਭੇਜਦੇ ਹਾਂ, ਸਾਡੇ ਡਿਪਾਰਟਮੈਂਟ ਦਾ ਕੋਈ ਕੰਮ ਨਹੀਂ। ਉੱਥੋਂ ਦੀ ਵਾਪਸ ਟਨਾਂ ਦੇ ਹਿਸਾਬ ਨਾਲ ਇੱਥੇ ਆਉਂਦਾ ਹੈ, ਫਿਰ ਇੱਥੇ ਬੋਗਸ ਬਿਲਿੰਗ ਹੋ ਕੇ ਐਫਸੀਆਈ ਕੋਲ ਜਾਂਦਾ ਹੈ। ਤੁਸੀਂ ਇਹਨੂੰ ਆਰਗੇਨਾਈਜ਼ਡ ਕ੍ਰਾਈਮ ਕਹਿ ਸਕਦੇ ਹੋ, ਪਰ ਕਿਆ ਸਟੇਟ ਪੁਲਿਸ ਉੱਧਰ ਜਾ ਕੇ ਸਟੇਟ ਗਵਰਨਮੈਂਟ ਦੂਸਰੇ ਸਟੇਟਾਂ 'ਚ ਚੈੱਕ ਕਰ ਸਕਦੀ ਹੈ? ਦੂਸਰੀ ਗੱਲ ਜਿਹੜੀ ਤੁਸੀਂ ਕਿਹਾ ਵੀ ਇਹ ਆਰਗੇਨਾਈਜ਼ਡ ਕਰਕੇ ਸਟੇਟ ਦਾ ਜਿਹੜਾ ਰੋਲ ਆ, ਅੱਜ ਕਿਸਾਨੀ ਦੇ ਕਰਕੇ ਕਿਸਾਨ ਧਰਨੇ ਤੇ ਕਿਉਂ ਹੈ? ਫ੍ਰੀ ਟ੍ਰੇਡ ਕਰਤਾ, ਕੋਈ ਫਸਲ ਕਿਤੇ ਵੀ ਵਿਕ ਸਕਦੀ ਹੈ, ਉਹਨਾਂ ਨੇ ਤਾਂ ਕਾਨੂੰਨ ਕਰਤਾ, ਤਾਂ ਤੁਸੀਂ ਉਸ ਫਸਲ ਨੂੰ ਰੋਕ ਸਕਦੇ ਹੋ? ਅਸੀਂ ਫਿਰ ਵੀ ਪ੍ਰੋਵੀਜ਼ਨਸ ਲਿਆ ਕੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਰ ਸਮਝਣ ਦੀ ਗੱਲ ਹੈ, ਇਹ ਸਟੇਟ ਨੂੰ, ਸਟੇਟ ਦੇ ਹੱਕਾਂ ਨੂੰ ਖੋਲਿਆ, ਆਪ ਉਹਦੇ ਤੇ ਲੈਜਿਸਲੇਸ਼ਨ ਕਰਤੀ, ਜਿਹੜਾ ਟੋਟਲੀ ਸਾਡਾ ਸਬਜੈਕਟ ਸੀਗਾ। ਹੁਣ ਸਭ ਤੋਂ ਵੱਡੀ ਗੱਲ, ਮੋਦੀ ਸਾਹਿਬ ਚੀਖ ਕੇ ਕਹਿ ਰਹੇ ਆ ਵੀ ਕੋਈ ਵੀ ਕਿਸਾਨ ਕਿੱਥੇ ਦੀ ਫਸਲ ਕਿਤੇ ਮਰਜ਼ੀ ਜਾ ਕੇ ਵੇਚ ਦੇ। ਇਹ ਉਸ ਕਾਰਨ ਆ ਰਹੀ ਸਰ, ਇੱਕ ਬਹਾਨਾ ਆ ਨਹੀਂ ਰਹੀ। ਆ ਜੋ ਤੁਸੀਂ ਕਹਿ ਰਹੇ ਹੋ ਟ੍ਰੇਡਰ ਹੀ ਲਿਆ ਰਿਹਾ, ਕਿਸਾਨ ਤਾਂ ਵਿਚਾਰਾ ਆਪਣੇ ਖੇਤ ਚੋਂ ਮੰਡੀ ਤਾਈਂ ਮਸਾ ਲੈ ਕੇ ਜਾਂਦਾ, ਉਹ ਸਟੇਟਾਂ 2 ਟੱਪ ਕੇ ਇੱਥੇ ਕਿੱਥੋਂ ਆ ਜੀ ਹੈ ਉਹ। ਪਰ ਉਹ ਜਿਹੜੇ ਕਾਨੂੰਨ, ਕਾਲੇ ਕਾਨੂੰਨ ਲਾਤੇ, ਜਿਹਨੂੰ ਜੇ ਫਾਰਮਰਸ ਦੀ ਵੈਲਫੇਅਰ ਚਾਹੀਦੀ ਸੀ ਪਹਿਲਾਂ ਉੱਥੇ ਵੈਲਫੇਅਰ ਦਿਓ, ਉੱਥੇ ਕਰੋ, ਤਾਂ ਕਿ ਉਹਨਾਂ ਨੂੰ ਉੱਥੇ ਹੀ ਪੂਰਾ ਮੁੱਲ ਮਿਲ ਜਾਏ। ਆਹ ਜਿਹੜਾ ਸਮਗਲਿੰਗ ਵਾਲਾ ਸਿਆਪਾ ਹੀ ਮੁੱਕ ਜਾਏ। ਕੱਲੀ ਹਰਿਆਣੇ 'ਚ ਵੀ ਸਮਗਲਿੰਗ ਹੁੰਦੀ ਸੀ, ਉਹਨਾਂ ਨੇ ਪਿਛਲੀ ਵਾਰੀ ਵੀ ਰੋਕਿਆ, ਇਸ ਵਾਰੀ ਵੀ ਰੋਕਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਉਹਨਾਂ ਨੇ ਵੀ ਜਿਵੇਂ ਅਸੀਂ ਅਨਾਜ ਖਰੀਦ ਪੋਰਟਲ ਲਾਤਾ, ਜੋ ਮੈਂ ਤੁਹਾਨੂੰ ਦੱਸਿਆ ਹੈ ਵੀ ਕਿਸਾਨ ਉਹਦੇ ਤੇ ਰਜਿਸਟਰ ਹੋਈ ਜਾਏਗਾ, ਕਿੰਨੀ ਜ਼ਮੀਨ ਹੈ ਉਹਦੀ ਸਾਨੂੰ ਪਤਾ ਲੱਗਦੀ ਰਹੇਗੀ, ਜੇ ਫਸਲ ਜ਼ਿਆਦਾ ਆਏਗੀ ਤਾਂ ਚੈੱਕ ਹੋ ਜਾਏਗੀ, 1-2 ਵਾਰ ਚੈੱਕ ਹੋਣਗੇ, ਅਗਲੇ ਸੀਜ਼ਨ ਤੋਂ ਹਟ ਜਾਣਗੇ। ਐਵੇਂ ਹਰਿਆਣੇ ਨੇ ਵੀ ਕੀਤਾ, ਉਹਨਾਂ ਨੇ ਵੀ ਆਪਣਾ ਮੇਰੀ ਫਸਲ ਮੇਰਾ ਬਿਊਰਾ ਕਰਕੇ ਉਹਨਾਂ ਨੇ ਵੀ ਪੋਰਟਲ ਲਾਂਚ ਕਰਿਆ ਪਿਛਲੇ ਸਾਲ ਤੋਂ, ਉਹਨਾਂ ਦੇ ਵੀ ਆ ਰਿਹਾ, ਕੁਝ ਚੈੱਕ ਉਹਨਾਂ ਨੇ ਕਰਿਆ, ਕੁਝ ਅਸੀਂ ਕਰਿਆ। ਪਰ ਅੱਗੋਂ ਯੂਪੀ ਚਲ ਜਾਈਏ ਤਾਂ ਕੁਝ ਹੈ ਹੀ ਨਹੀਂ। ਉੱਥੇ ਤਾਂ ਪੈਡੀ ਦੀ ਕੀਮਤ ਕਈ ਵਾਰ 800 ਰੁਪਏ ਤੇ ਗਿਰ ਜਾਂਦੀ ਹੈ, ਤੇ ਉਹ ਫਿਰ ਤੁਸੀਂ ਕਦੀ ਵੀ ਕਿਸੇ ਮਤਲਬ ਇਹੋ ਜਿਹੀ ਚੀਜ਼ ਨੂੰ ਜ਼ੀਰੋ ਤੱਕ ਲਿਜਾ ਹੀ ਨਹੀਂ ਸਕਦੇ। ਤੁਸੀਂ ਆਪਣੇ ਚੈੱਕ ਕ੍ਰੀਏਟ ਕਰ ਸਕਦੇ ਹੋ, ਉੱਤੇ
ਹੋਰ ਜਿਹੜੀ ਆਪਣੇ ਆਫੀਸਰਸ ਦੀ ਤਾਕਤ ਲਗਾ ਕੇ ਉਹਨੂੰ ਰੋਕਣ ਦੀ ਕੋਸ਼ਿਸ਼ ਕਰ ਸਕਦੇ ਹੋ। ਇਸ ਚੀਜ਼ ਨਾਲ ਇਤਫਾਕ ਕੀ ਤੁਹਾਡੀ ਇਸ ਚੀਜ਼ ਨਾਲ ਇਤਫਾਕ ਕੀਤਾ ਜਾ ਸਕਦਾ ਕਿ ਜ਼ੀਰੋ ਤੇ ਨਹੀਂ ਲਿਆਇਆ ਜਾ ਸਕਦਾ, ਲੂਪਹੋਲ ਪੂਰੀ ਤਰ੍ਹਾਂ ਬੰਦ ਨਹੀਂ ਕੀਤੇ ਜਾ ਸਕਦੇ, ਪਰ ਤੁਹਾਨੂੰ ਨਹੀਂ ਲੱਗਦਾ ਕਿ ਇਹ ਜਿਹੜਾ ਮੇਰਾ ਸਵਾਲ ਉਹੀ ਹੈਗਾ ਕਿ ਇਹ ਸਾਰੀ ਕੜੀ ਦੇ ਵਿੱਚ ਜੁੜੇ ਲੋਕਾਂ ਨੂੰ ਵੀ ਜਿਹੜੇ ਵੱਖ-ਵੱਖ ਡਿਪਾਰਟਮੈਂਟਾਂ ਦੇ ਵਿਭਾਗਾਂ ਦੇ ਹੋ ਸਕਦੇ ਨੇ, ਕਿ ਉਹਨਾਂ ਨੂੰ ਵੀ ਆਇਡੈਂਟੀਫਾਈ ਕਰ ਰਹੇ ਹੋ ਕਿ ਕਿਹੜੇ ਲੋਕ ਇਸ ਦੇ ਵਿੱਚ ਸ਼ਾਮਿਲ ਹੈਗੇ ਨੇ ਔਰ ਤੁਹਾਡੇ ਆਪ ਦੇ ਵਿਭਾਗ ਦੇ? ਬਿਲਕੁਲ ਬਕਾਇਦਾ ਤੌਰ ਤੇ ਇੱਕ ਪਿੱਛੇ ਜੇ 15 ਦਿਨ ਪਹਿਲਾਂ ਇੱਕ ਸਾਡਾ ਡੀਐਮ ਪੰਸਪ ਵਾਲਾ ਉਹਦੀ ਕੋਈ ਚੈਟ ਵਾਇਰਲ ਹੋਈ ਸੀ, ਅਸੀਂ ਇਮੀਡੀਏਟ ਉਹਨੂੰ ਸਸਪੈਂਡ ਕਰਿਆ, 311 ਲਾ ਕੇ ਉਹਦੀ ਡਿਸਮਿਸਲ ਦੀ ਪ੍ਰੋਸੀਡਿੰਗਸ ਚਾਲੂ ਕਰੀਆਂ। ਕਿਤੇ ਸਾਨੂੰ ਡੀਐਫਐਸਸੀ ਦਾ ਪਤਾ ਚੱਲਦਾ, ਇਮੀਡੀਏਟ ਉਹਨੂੰ ਉੱਥੋਂ ਬਦਲਿਆ ਜਾਂਦਾ। ਕਿਸੇ ਸਾਨੂੰ ਡੀਐਫਐਸਓ ਥੱਲੇ ਇੰਸਪੈਕਟਰ ਤਾਂ ਹੀ ਪਤਾ ਚੱਲੇ, ਚਾਰਜ ਸ਼ੀਟ ਹੋ ਰਹੀ ਕੋਈ ਆਫੀਸ਼ੀਅਲੀ ਮਾਰਕ ਕੀਤੀ ਗਈ ਹੈ ਇਨਕੁਆਇਰੀ? ਇਨਕੁਆਰੀਆਂ ਜਦੋਂ ਡਿਸਪਲਿਨਰੀ ਐਕਸ਼ਨ ਲੈਣਾ ਆ ਤਾਂ ਉਹ ਹਾਈਐਸਟ ਲੈਵਲ ਤੇ ਸਾਡੇ ਪ੍ਰਿੰਸੀਪਲ ਸੈਕਟਰੀ ਉਹਨੂੰ ਇਨਕੁਆਇਰ ਕਰਕੇ ਉਹਨੂੰ ਨੋਟਿਸ ਦਿੱਤਾ ਹੋਇਆ, ਉਹਦਾ ਜਵਾਬ ਨਾ ਸੈਟੀਸਫੈਕਟਰੀ ਹੋਇਆ ਤੇ ਉਹ ਘਰ ਤੋਰ ਦੇਣਾ। ਉਸੇ ਤਰੀਕੇ ਜਿਹੜੇ ਸਾਡੇ ਡੀਐਫਐਸਸੀ ਆ ਉਹਨਾਂ ਨੂੰ ਚਾਰਜ ਸ਼ੀਟ ਕੀਤਾ ਜਾ ਰਿਹਾ। ਤਰਨਤਾਰਨ ਵਾਲੇ ਡੀਐਫਐਸਸੀ ਲਾਈਨ ਹਾਜ਼ਰ ਕਰਤੇ, ਉਹ ਕੱਢੇ। ਸਾਨੂੰ ਜਿੱਥੋਂ ਰਿਪੋਰਟ ਆਉਂਦੀ ਅਸੀਂ ਤਾਂ ਸਾਥ ਮੰਗਦੇ ਹਾਂ। ਇਹ ਸਾਰੇ ਨਿਜ਼ਾਮ ਦੀ ਤਰ੍ਹਾਂ ਤੁਹਾਡਾ ਵੀ ਅਸਤੀਫਾ ਮੰਗ ਰਹੇ ਕਿ ਅਸਤੀਫਾ ਲੈਣਾ ਚਾਹੀਦਾ। ਮੈਂ ਦੇ ਕੋਲੇ ਇਹ ਉਹਨਾਂ ਦੀ ਨਜ਼ਰ ਥੱਲੇ ਹੋ ਰਿਹਾ। ਭਾਟੀ ਸਾਹਿਬ ਤੁਸੀਂ ਕਰੋਨਾ ਦੇ ਦੌਰਾਨ ਵੀ ਮੇਰੀ ਇੰਟਰਵਿਊ ਲਈ ਸੀ, ਉਦੋਂ ਫੂਡ ਸਕੈਮ ਬਣ ਰਿਹਾ ਸੀ, ਡਿਸਟ੍ਰੀਬਿਊਸ਼ਨ ਸਕੈਮ ਬਣ ਰਿਹਾ ਸੀਗਾ, ਨਿਕਲਿਆ ਕੁਛ ਨਹੀਂ। ਇਸੇ ਹੀ ਪੰਜਾਬ ਨੇ ਪੰਜਾਬ ਛੱਡ ਕੇ ਸਾਰੇ ਹਿੰਦੁਸਤਾਨ ਦਾ ਢਿੱਡ ਭਰਤਾ, ਪਰ ਉਹ ਕੋਈ ਨਾ ਕੋਈ ਇਸ਼ੂ ਆਊਟ ਆਫ ਨਾਨ ਇਸ਼ੂ ਕੱਢਦੇ ਹੀ ਰਹਿਣਾ ਉਹਨਾਂ ਨੇ। ਪਰ ਮੈਂ ਓਪਨ ਟੂ ਸਕਰੂਟਨੀ, ਸਾਡਾ ਡਿਪਾਰਟਮੈਂਟ ਸਾਰਿਆਂ ਲਈ ਓਪਨ ਹੈ। ਅਸੀਂ ਹਰ ਚੀਜ਼ ਜਿੱਥੇ ਜਿੱਥੇ ਡਿਸਕ੍ਰੀਸ਼ਨ ਸੀਗੀ ਪੁਰਾਣੇ ਟਾਈਮਾਂ ਦੀ ਉਹ ਖਤਮ ਕਰਦੇ ਆ ਰਹੇ ਹਾਂ। ਇਹ ਸ਼ੈਲਰ ਇੰਡਸਟਰੀ ਵੀ ਜਾਣਦੀ ਹੈ, ਟੈਕਨੋਲੋਜੀ ਇਨਵੋਲਵ ਕਰਦੇ ਜਾ ਰਹੇ ਹਾਂ। ਅਸੀਂ ਚਾਹੁੰਦੇ ਸਾਡੀ ਡਿਸਟ੍ਰੀਬਿਊਸ਼ਨ ਹੈ ਐਂਡ ਟੂ ਐਂਡ ਜਿਹੜੀ ਕੰਪਿਊਟਰਾਈਜ਼ਡ ਹੈ। ਜਦੋਂ ਗੋਡਾਊਨ 'ਚੋਂ ਚੱਲਣਾ ਤੇ ਬੈਨੀਫੀਸ਼ਰੀ ਤਾਈਂ ਪਹੁੰਚਣਾ, ਸਾਰੀ ਚੇਨ ਤੁਸੀਂ ਪੋਰਟਲ ਤੇ ਬੈਠ ਕੇ ਦੇਖ ਸਕਦੇ ਹੋ ਵੀ ਆਹ ਟਰੱਕ ਚੱਲ ਪਿਆ ਜੇ, ਫੇਅਰ ਪ੍ਰਾਈਸ ਸ਼ਾਪ ਤੇ ਪਹੁੰਚ ਗਿਆ ਤੇ ਉੱਥੋਂ ਫਲਾਣਾ ਬੈਨੀਫੀਸ਼ਰੀ 5 ਗੱਟੇ ਲੈ ਗਿਆ, 4 ਗੱਟੇ ਲੈ ਗਿਆ, 3 ਗੱਟੇ ਲੈ ਗਿਆ, ਅੰਗੂਠਾ ਲਾ ਕੇ ਮਿਲਣੇ ਹੋਣ। ਜਿਸ ਤਰ੍ਹਾਂ ਦੇ ਨਾਲ ਸਾਧੂ ਸਿੰਘ ਧਰਮਸੋਤ ਹੋਣਾ ਦੀ ਇਨਕੁਆਇਰੀ ਕਰਾਈ ਸਰਕਾਰ ਨੇ, ਆਪੋਜੀਸ਼ਨ ਨੇ ਡਿਮਾਂਡ ਵੀ ਕੀਤੀ, ਕੱਲ ਨੂੰ ਇਸ ਤਰ੍ਹਾਂ ਦੀ ਡਿਮਾਂਡ ਹੁੰਦੀ ਹੈ ਜਾਂ ਸਰਕਾਰ ਚਾਹੁੰਦੀ ਹੈ ਕਿ ਆ ਭਾਰਤ ਭੂਸ਼ਣ ਆਸ਼ੂ ਇਨਕੁਆਇਰੀ ਲਈ ਤਿਆਰ ਨਹੀਂ? ਮੈਂ ਤਾਂ ਹਮੇਸ਼ਾ ਹਰ ਇਨਕੁਆਇਰੀ ਲਈ ਤਿਆਰ ਹਾਂ। ਮੈਂ ਤਾਂ ਵਿਧਾਨ ਸਭਾ 'ਚ ਕਹਿਤਾ ਸੀ ਤੁਸੀਂ ਵਿਧਾਨ ਸਭਾ ਦੀ ਕਮੇਟੀ ਬਣਾ ਲਓ, ਮੈਨੂੰ ਕੋਈ ਪ੍ਰੋਬਲਮ ਹੀ ਨਹੀਂ ਹੈ। ਮੇਰੇ ਸੀਐਮ ਸਾਹਿਬ ਜਦੋਂ ਚਾਹਣਗੇ, ਜਿੱਥੇ ਚਾਹਣਗੇ ਉਹਨਾਂ ਨੂੰ ਲੱਗੇਗਾ, ਕਿਉਂਕਿ ਇਹ ਪ੍ਰੋਕਿਉਰਮੈਂਟ ਸੀਐਮ ਸਾਹਿਬ ਦੇ ਦਿਲ ਦੇ ਕਰੀਬ ਹੈ। ਜਿਵੇਂ ਮੈਂ ਤੁਹਾਨੂੰ ਦੱਸਿਆ, ਇਹ ਇਤਿਹਾਸ ਗਵਾਇਆ, ਚਾਹੇ ਪਹਿਲੀਆਂ 10 ਪ੍ਰੋਕਿਉਰਮੈਂਟਾਂ ਸੀ, ਚਾਹੇ ਆ ਹੁਣ 8ਵੀਂ ਪ੍ਰੋਕਿਉਰਮੈਂਟ ਚੱਲਦੀ ਪਈ ਹੈ, ਇਹ ਨਿਰਵਿਘਨ ਹੋਈ ਹੈ। ਕਦੀ ਕਿਸਾਨਾਂ ਨੂੰ, ਕਦੀ ਆੜਤੀਆਂ ਨੂੰ, ਕਦੀ ਲੇਬਰ ਨੂੰ, ਟਰਾਂਸਪੋਰਟਰ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ। ਐਦਾਂ ਸਮੂਥਲੀ ਸਾਡਾ ਸਾਰਾ ਆਪਰੇਸ਼ਨ ਚੱਲਦਾ ਹੈ। 2 ਮਹੀਨੇ ਦੀ ਜਗ੍ਹਾ ਤੇ ਹੁਣ ਇੰਨੀ ਤੇਜ਼ੀ ਨਾਲ ਅਸੀਂ ਕਰਦੇ ਹਾਂ, ਅਸੀਂ ਤਕਰੀਬਨ 1 ਮਹੀਨਾ 35 ਦਿਨਾਂ 'ਚ ਹੀ ਪੂਰਾ ਕਰ ਜਾਂਦੇ ਹਾਂ ਸਾਰਾ ਆਪਰੇਸ਼ਨ। ਤੇ ਉਹਦੇ ਇੰਨੀ ਤੇਜ਼ੀ ਨਾਲ ਲੱਖਾਂ ਦੀ ਤਾਦਾਦ ਵਿੱਚ ਪੇਮੈਂਟ ਹੋਣੀ ਹੈ, ਕਰੋੜਾਂ ਦੀ ਤਾਦਾਦ ਨਾਲ, ਰੋਜ਼ ਦੀ 1000 ਕਰੋੜ 1200 ਕਰੋੜ ਉਹਨੂੰ ਵੈਰੀਫਾਈ ਕਰਨਾ, ਸਾਡਾ ਸਟਾਫ ਦਿਨ ਰਾਤ ਕੰਮ ਕਰਦਾ ਹੈ। ਇਸ ਕਰਕੇ ਮੈਂ ਕਿਹਾ ਆਪਰੇਸ਼ਨ ਦਾਗੀ ਨਹੀਂ ਹੈ, ਸਾਡੇ ਕੋਈ ਬੰਦੇ ਦਾਗੀ ਹੋ ਸਕਦੇ ਆ, ਆਪੋਜੀਸ਼ਨ ਦੀ ਨਜ਼ਰ 'ਚ ਮੰਤਰੀ ਦਾਗੀ ਹੋ ਸਕਦਾ, ਪਰ ਓਪਨ ਟੂ ਸਕਰੂਟਨੀ ਹੈ। ਤੁਸੀਂ ਤੁਹਾਡੇ ਕੋਲ ਇਨਵੈਸਟੀਗੇਸ਼ਨ ਕਰਨ ਦੇ 100 ਤਰੀਕੇ ਹੈ, ਤੁਸੀਂ ਲੈ ਸਕਦੇ ਹੋ, ਤੁਹਾਨੂੰ ਪਤਾ ਲੱਗ ਜਾਏਗਾ ਵੀ ਕਿੱਥੇ ਕੀ ਹੁੰਦਾ ਹੈ। ਭਾਰਤ ਭੂਸ਼ਣ ਆਸ਼ੂ ਦੇ ਸ਼ਬਦਾਂ ਦੇ ਵਿੱਚ ਇਸ ਸਮਗਲਿੰਗ ਦਾ ਪੰਜਾਬ ਨੂੰ, ਪੰਜਾਬ ਦੀ ਆਰਥਿਕਤਾ ਨੂੰ, ਸੀਸੀਐਲ ਦਾ ਪੈਸਾ ਜਿਹੜਾ ਆਰਬੀਆਈ ਕੋਲ ਤੁਸੀਂ ਲਿਆ, ਕਿੰਨਾ ਨੁਕਸਾਨ ਹੈ? ਸੀਸੀਐਲ ਦੇ ਪੈਸੇ ਇੱਕ ਦਾਣਾ ਕਿਸਾਨ ਦਾ ਹੁਣ ਤਾਈਂ ਦਾ ਰਿਕਾਰਡ ਹੈ ਵੀ ਅਸੀਂ ਚੱਕਦੇ, ਔਰ ਇਸ ਵਾਰੀ ਵੀ ਇੱਕ ਦਾਣਾ ਚੱਕਾਂਗੇ। ਜਿਵੇਂ ਖਦਸ਼ੇ ਸਾਰਿਆਂ 'ਚ ਫੈਲ ਗਏ ਵੀ ਇਹ ਸਮਗਲਿੰਗ ਕਰਕੇ ਖਬਰੇ ਸਾਡੀ ਚੱਕੀ ਨਾ ਜਾਵੇ, ਅਸੀਂ ਸਮਗਲਿੰਗ ਵੀ ਰੋਕਾਂਗੇ। ਮਨਾਂ 'ਚ ਖਦਸ਼ੇ ਰਹਿਣਗੇ, ਜਦੋਂ ਐਕਸ਼ਨ ਹੁੰਦੇ ਨਜ਼ਰ ਆ ਜਾਣਗੇ। ਅੱਜ 70 ਐਫਆਈਆਰ ਹੋ ਗਈਆਂ ਸਾਹਿਬ, ਐਕਸ਼ਨ ਲਿੱਤਾ ਗਿਆ ਤੇ ਹੋਈਆਂ, ਪਰ ਨਾ ਤੁਹਾਨੂੰ ਪਤਾ ਹੈ ਨਾ ਕਿਸੇ ਨੂੰ ਪਤਾ, ਕਿਉਂਕਿ ਇਹ ਚੀਜ਼ਾਂ ਦਬ ਗਈਆਂ। ਸਾਡੇ ਕਿਸਾਨ ਮੂਵਮੈਂਟ ਹਾਵੀ ਹੈ, ਪਰ ਜੋ ਐਕਸ਼ਨ ਲਿੱਤੇ ਜਾ ਰਹੇ ਆ ਡਿਪਾਰਟਮੈਂਟ ਵੱਲੋਂ ਜਾਂ ਸਾਡੇ ਮੰਡੀਕਰਨ ਬੋਰਡ ਵੱਲੋਂ ਜਾਂ ਪੁਲਿਸ ਵੱਲੋਂ, ਉਹ ਬਹੁਤ ਵੱਡੇ ਪੱਧਰ ਤੇ ਲਿੱਤੇ ਜਾ ਰਹੇ ਔਰ ਜਾਰੀ ਹੈ। ਅੱਗੇ ਇਨਵੈਸਟੀਗੇਸ਼ਨਾਂ ਜਾਰੀ। ਨੁਕਸਾਨ ਕੀ ਹੈਗਾ ਪੰਜਾਬ ਨੂੰ ਇਸ ਸਮਗਲਿੰਗ ਦਾ? ਨੁਕਸਾਨ ਇਹ ਹੋਏਗਾ ਅਗਰ ਸੀਸੀਐਲ ਦੇ ਨਾਲ ਜਿਹੜੇ ਸਾਡੇ ਆਪਰੇਸ਼ਨਲ ਲਾਸਿਸ ਨੇ ਉਹ ਵੱਧ ਜਾਂਦੇ ਆ। ਅਸੀਂ ਸੀਸੀਐਲ ਵਿਆਜ ਦੇਣਾ ਆਖਰ ਉਹਨਾਂ ਤੇ, ਉਹਨਾਂ ਦੇ ਆਪਰੇਸ਼ਨਲ ਲਾਸਿਸ ਰਹਿੰਦੇ ਨੇ। ਕਿਤੇ ਨਾ ਕਿਤੇ ਸਾਡਾ ਸੈਂਟਰ ਹੁਣ ਪਿੱਛੇ 2 ਸਾਲਾਂ ਤੋਂ ਬਿਲਕੁਲ ਇਸ ਐਮਐਸਪੀ ਦੀ ਰਜੀਮ ਦੇ ਵਿੱਚ ਹੀ ਪੈ ਗਈ। ਬੋਲੀ ਜਾ ਰਹੀ ਹੈ ਵੀ ਅਸੀਂ ਗਰੰਟੀ ਕਰਦੇ ਹਾਂ, ਪਰ ਹਾਲਾਤ ਇਹੋ ਜਿਹੇ ਨੇ ਵੀ ਉਹ ਇਹਨੂੰ ਬੰਦ ਕਰਨ ਤੇ ਤੁਲੇ ਹੋਏ ਨੇ। ਪਹਿਲਾਂ ਉਹਨਾਂ ਨੇ ਦਾਮੀ ਘਟਾਈ, ਸਾਰੇ ਆੜਤੀਏ ਟਾਰਗੇਟ ਕਰੇ,
ਹੁਣ ਕੱਲ ਪਰਸੋਂ ਚਿੱਠੀ ਆਈ ਹੈ ਵੀ ਰੂਰਲ ਡਿਵੈਲਪਮੈਂਟ ਫੰਡ ਵੀ ਸਾਡਾ ਰੋਕ ਲਗਾ ਦਿੱਤੀ, ਜਿਹੜੀ ਪ੍ਰੋਵੀਜ਼ਨਲ ਕਾਸਟ ਸ਼ੀਟ ਆਈ ਹੈ ਉਹਦੇ 'ਚ 0 ਕਰਕੇ ਦੇਤਾ। RDF 3% ਆਉਂਦਾ ਹੈ ਤਾਂ ਸਾਰੇ ਦੇ ਸਾਰੇ ਰੂਰਲ ਏਰੀਆਜ਼ ਦੀ ਡਿਵੈਲਪਮੈਂਟ ਹੁੰਦੀ ਹੈ, ਰੂਰਲ ਏਰੀਆ ਦੀ ਡਿਵੈਲਪਮੈਂਟ ਹੁੰਦੀ ਹੈ ਤਾਂ ਹੀ ਕਿਸਾਨ ਨੂੰ ਸਹੂਲੀਅਤ ਮਿਲਦੀ ਹੈ, ਉਹ ਆਪਣੀ ਫਸਲ ਮੰਡੀ ਤਾਈਂ ਲਿਜਾ ਸਕਦਾ ਹੈ, ਉੱਥੇ ਐਗਰੀਕਲਚਰ ਕਰ ਸਕਦਾ ਹੈ, ਉਹਨੂੰ ਸਹੂਲਤਾਂ ਪਿੰਡ 'ਚ ਉਹਨੂੰ ਕੋਈ ਵੈਟਰਨਰੀ ਡਿਸਪੈਂਸਰੀਜ਼ ਖੋਲ੍ਹ ਕੇ ਦੇਣੀਆਂ, ਉਹਨੂੰ ਹਸਪੀਟਲ, ਉਹਨਾਂ ਦੇ ਬੱਚਿਆਂ ਲਈ ਐਜੂਕੇਸ਼ਨਲ ਸੁਵਿਧਾਵਾਂ ਦੇਣੀਆਂ, ਇਹ ਸਾਰਾ ਰੂਰਲ ਡਿਵੈਲਪਮੈਂਟ ਦੇ ਪੈਸੇ ਨਾਲ ਹੁੰਦਾ। ਪੰਜਾਬ ਦੇ 'ਚ ਕੋਈ ਇੰਡਸਟਰੀ ਤਾਂ ਹੈ ਨਹੀਂ ਜਿੱਥੋਂ ਫੰਡ ਆਉਣਾ ਹੈ, ਜਿੱਥੋਂ ਕੋਈ ਟੈਕਸਿਸ ਆਉਣੇ ਆ। ਇਹ ਟੈਕਸਿਸ ਜਿਹੜੇ ਰੂਰਲ ਏਰੀਆ ਨੂੰ ਡਿਵੈਲਪ ਕਰਨ ਵਾਸਤੇ ਲਏ ਜਾਂਦੇ ਆ, ਉਹ ਇਹਨਾਂ ਦੇ ਵਿੱਚੋਂ ਹੀ ਆਉਂਦੇ ਆ। ਉਹਨੂੰ ਰੋਕ ਕੇ ਬੈਠ ਕੇ ਸਾਡੇ ਲੇਬਰ ਚਾਰਜਿਸ ਘਟਾਤੇ। ਇਹ ਚੀਜ਼ਾਂ ਜਿਹੜੀਆਂ ਸੈਂਟਰ ਗਵਰਨਮੈਂਟ ਨੂੰ ਕਰਨੀਆਂ ਚਾਹੀਦੀਆਂ। ਜਿਹੜੇ ਸੂਬਿਆਂ ਨੇ ਇੰਨਾ ਵਧੀਆ ਕੰਮ ਕਰਕੇ ਇੱਕ ਮੰਡੀਕਰਨ ਢਾਂਚਾ ਇਸਟੈਬਲਿਸ਼ ਕਰਿਆ ਹੈ, ਉਹਨੂੰ ਰੈਪਲੀਕੇਟ ਦੂਸਰੇ ਸੂਬਿਆਂ 'ਚ ਕਰਨਾ ਚਾਹੀਦਾ, ਨਾ ਕਿ ਉਹਨੂੰ ਹੀ ਤਬਾਹ ਕਰਨ ਤੇ ਤੁਰ ਲਓ। ਦੂਸਰੇ ਸੂਬਿਆਂ ਦੇ ਵਿੱਚ ਜਿੱਥੋਂ ਇਹ ਸਾਰਾ ਸਿਸਟਮ ਚੱਲ ਰਿਹਾ, ਉੱਤਰ ਪ੍ਰਦੇਸ਼ ਵਰਗੇ ਸੂਬੇ 'ਚੋਂ ਜਾਂ ਹਰਿਆਣੇ ਦੇ ਵਿੱਚ ਸਮਗਲਿੰਗ ਦਾ ਤੁਸੀਂ ਜ਼ਿਕਰ ਕੀਤਾ, ਕਿਆ ਇਹਨਾਂ ਸਟੇਟਸ ਦੇ ਨਾਲ ਵੀ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਕਰ ਰਹੇ ਹੋ ਤੁਸੀਂ ਕਿ ਇਹਨੂੰ ਰੋਕਿਆ ਜਾਵੇ, ਕੋਈ ਸਾਂਝਾ ਆਪਰੇਸ਼ਨ ਕੀਤਾ ਜਾਏ, ਇਸ ਚੀਜ਼ ਨੂੰ ਰੋਕਿਆ ਜਾਵੇ? ਉਹਨਾਂ ਕੋਲ ਕੋਈ ਢਾਂਚਾ ਹੀ ਨਹੀਂ। ਅਸੀਂ ਸੈਂਟਰਲ ਫੂਡ ਮਿਨਿਸਟਰੀ ਨੂੰ ਦੱਸ ਦਿੰਦੇ ਆ ਵੀ ਜੀ ਇਹ ਤੁਹਾਡਾ ਚੌਲ ਜਿਹੜਾ ਹੈਗਾ ਰੀਸਾਈਕਲ ਹੋ ਰਿਹਾ, ਐਕਸ਼ਨ ਉਹਨਾਂ ਨੇ ਲੈਣਾ, ਉਹਨਾਂ ਦੇ ਥਰੂ ਸੈਂਟਰ ਨੇ ਉਹਨਾਂ ਨੂੰ ਅੱਗੇ ਐਡਵਾਈਜ਼ਰੀਜ਼ ਭੇਜਣੀ ਹੈ। ਸਾਡੇ ਵੱਲੋਂ ਤਾਂ ਹਮੇਸ਼ਾ ਉਹਨਾਂ ਦੀ ਨੌਲੇਜ 'ਚ ਅਸੀਂ ਲੈ ਆਉਂਦੇ ਹਾਂ ਵੀ ਤੁਹਾਡੀ ਪੈਡੀ ਉੱਧਰੋਂ ਦੀ ਵਿਕਦੀ ਹੈ, ਤੁਸੀਂ ਉੱਥੇ ਉਹਨਾਂ ਨੂੰ ਕਹੋ MSP ਰਜੀਮ ਲਾਗੂ ਕਰੋ ਤਾਂ ਕਿ ਉੱਥੇ ਦੀ ਪੈਡੀ ਉੱਥੇ ਹੀ। ਸਰ ਸਾਨੂੰ ਉੱਥੇ ਜਿਹੜੀ ਜੜ ਆ ਇਸ ਦੀ, ਜੇ ਅਗਰ ਉੱਥੇ ਹੀ ਪੈਡੀ ਪੂਰੇ ਰੇਟ ਤੇ ਕਿਸਾਨ ਦੀ ਵਿਕਣ ਲੱਗ ਜਾਏ ਤਾਂ ਫਿਰ ਇਹ ਵੀ ਨਾ ਕਿਸਾਨ ਉਧਰੋਂ ਵੀ ਟੰਗਿਆ ਗਿਆ, ਉਹ ਵਿਚਾਰੇ ਉੱਥੇ 800 900 1000 ਨੂੰ ਵੇਚ ਜਾਂਦੇ ਆ, ਉੱਥੇ ਨੁਕਸਾਨ 'ਚ ਰਹਿੰਦਾ। ਇੱਥੇ ਦਾ ਕਿਸਾਨ ਵੀ ਨੁਕਸਾਨ 'ਚ ਆ ਜਾਊਗਾ, ਖਾਊਗਾ ਵਿੱਚੋਂ ਟਰੇਡਰ, ਵਿੱਚ ਸਾਡੇ ਆਫੀਸਰ ਰਲੇ ਹੋਣਗੇ, ਵਿੱਚ ਪੋਲੀਟੀਕਲ ਬੰਦੇ, ਤੁਸੀਂ ਹਰੇਕ ਤੇ ਉਂਗਲ ਚੱਕ ਸਕਦੇ ਹੋ। ਪਰ ਅੱਜ ਜਿਹੜਾ ਸਿਸਟਮ ਪੰਜਾਬ ਨੇ ਡਿਵੈਲਪ ਕਰਤਾ, ਅਨਾਜ ਖਰੀਦ ਪੋਰਟਲ ਡਿਵੈਲਪ ਕਰਤਾ, ਜਿਹਦੇ ਉੱਤੇ ਕਿਸਾਨ ਰਜਿਸਟਰਡ ਹੈ ਤੇ ਕਿਸਾਨ ਨੂੰ ਸਿੱਧੀ ਪੇਮੈਂਟ RTGS ਰਾਹੀਂ ਜਾ ਰਹੀ ਹੈ, ਕਿੰਨੀ ਫਸਲ ਆਣੀ ਹੈ, ਕਿੰਨੀ ਵੇਚਣੀ ਹੈ, ਉਹਦੇ ਕੋਲ ਕਿੰਨੇ ਏਕੜ ਜ਼ਮੀਨ ਹੈ, ਸਾਰਾ ਕੁਝ ਸਾਫ਼ ਹੈ, ਜਿਹਨੂੰ ਮਰਜ਼ੀ ਪਕੜ ਲਓ। ਰਾਸ਼ੀ ਜੀ, ਤੁਸੀਂ ਦੋ ਚੀਜ਼ਾਂ ਦੱਸ ਰਹੇ ਹੋ। ਤੁਸੀਂ ਕਹਿ ਰਹੇ ਹੋ ਕਿ ਪੋਰਟਲ ਸਿਸਟਮ ਸਾਡਾ ਬੜਾ ਕਾਮਯਾਬ ਹੈ, ਪਰ ਦੂਸਰੇ ਪਾਸੇ ਨਾਲੇ ਇਹ ਦੱਸ ਰਹੇ ਹੋ ਕਿ ਜਿਹੜੀ ਸਮਗਲਿੰਗ ਹੈ ਉਹ ਲੱਖਾਂ ਮੀਟ੍ਰਿਕ ਟਨ ਦੇ ਵਿੱਚ ਹੈਗੀ ਹੈ। ਇਹ ਪੈਸਾ ਰਿਕਵਰ ਕਿਸ ਤਰ੍ਹਾਂ ਹੋਏਗਾ? ਜਿੰਨੇ ਲੋਕ ਤੁਸੀਂ ਫੜ ਲਏ ਆ ਪਿਛਲੇ 2-3 ਸਾਲ ਤੋਂ ਜਿਹੜੇ ਤੁਸੀਂ ਫੜ ਰਹੇ ਹੋ, ਕਿ ਉਹਦੀ ਰਿਕਵਰੀ ਬਾਰੇ ਵੀ ਕੋਈ ਸੋਚਿਆ? ਸਰ ਤੁਸੀਂ ਨਾ ਥੋੜਾ ਜਿਹਾ ਸਿਸਟਮ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਤੁਸੀਂ ਰਿਕਵਰੀ ਕਹਿ ਰਹੇ ਹੋ, ਰਿਕਵਰੀ ਤਾਂ ਜਿਹੜਾ ਅਸੀਂ ਝੋਨਾ ਜਿਨ੍ਹਾਂ ਦੇ FIR ਕਰਾ ਰਹੇ। ਸਰ ਸੁਣੋ, ਜਿਹੜਾ ਅਸੀਂ ਝੋਨਾ ਖਰੀਦ ਲਿਆ, ਇਹਦੇ 'ਚ ਨੁਕਸਾਨ ਇਹ ਹੈ ਸਰਕਾਰ ਨੂੰ ਬਈ ਅਸੀਂ ਆਪਣੀ CCL ਬਾਹਰਲੇ ਫਸਲ ਦੇ ਉੱਤੇ ਯੂਜ਼ ਕਰ ਰਹੇ ਹਾਂ। ਨਹੀਂ, ਫਸਲ ਤਾਂ ਅਸੀਂ ਖਰੀਦ ਲਈ, ਉਹ ਫਸਲ ਦੇ ਵਿੱਚੋਂ ਅਸੀਂ ਚੌਲ ਕਢਾਇਆ, ਅਸੀਂ FCI ਨੂੰ ਦੇਤਾ, ਸਾਡੇ ਤਾਂ CCL ਦੇ ਪੈਸੇ ਵਾਪਸ ਆ ਗਏ। ਪਰ ਉਹਦੇ 'ਚ ਦੇਣ ਖਰੀਦਣ 'ਚ ਜਿਹੜੇ ਦਿਨਾਂ ਦੀ ਹੇਰਾਫੇਰੀ ਕਰਕੇ ਸਾਨੂੰ ਆਪਰੇਸ਼ਨਲ ਲਾਸਿਸ ਆਉਂਦੇ ਹੈ, ਵੀ 2 ਦਿਨ ਡਿਲੀਵਰੀ ਨਹੀਂ ਗਈ, 2 ਦਿਨ ਦਾ ਵਿਆਜ ਹੀ ਕਰੋੜਾਂ 'ਚ ਆ ਜਾਂਦਾ, ਉਹ ਜਿਹੜੇ ਆਪਰੇਸ਼ਨਲ ਲਾਸਿਸ ਨੇ ਉਹ ਇਨਕਰ ਹੁੰਦੇ ਨੇ ਉੱਤੇ। ਤੇ ਰਿਕਵਰੀ ਜਿਹੜੀ ਤੁਸੀਂ ਕਹਿੰਦੇ ਹੋ, ਰਿਕਵਰੀ ਹੋ ਜਾਂਦੀ। ਸਾਨੂੰ ਜ਼ਰੂਰਤ ਹੁੰਦੀ ਹੈ ਇਹ ਚੇਨ ਇਸਟੈਬਲਿਸ਼ ਕਰਨ ਲਈ ਵੀ ਕਿਹੜਾ ਟਰੇਡਰ ਹੈ, ਕਿਹੜਾ ਟਰਾਂਸਪੋਰਟਰ ਹੈ, ਕੌਣ ਵੇਚ ਰਿਹਾ ਹੈ, ਸ਼ੈਲਰ 'ਚ ਉਤਰ ਰਿਹਾ ਕਿ ਨਹੀਂ, ਅਸੀਂ ਉਹਨਾਂ ਨੂੰ ਟਾਰਗੇਟ ਕਰਦੇ ਹਾਂ। ਪਿਛਲੇ ਸਾਲ ਵੀ ਸ਼ੈਲਰ ਬਲੈਕਲਿਸਟ ਕੀਤੇ ਗਏ, ਇਸ ਵਾਰ ਵੀ ਹੁਣ ਤਾਈਂ 7 ਸ਼ੈਲਰ ਅਸੀਂ ਬਲੈਕਲਿਸਟ ਕਰ ਚੁੱਕੇ ਹਾਂ, ਜਿਨ੍ਹਾਂ ਦੇ ਅੰਦਰੋਂ ਫੜ ਚੁੱਕੇ ਹਾਂ, ਤੇ ਹਲੇ ਰੇਡਾਂ ਜਾਰੀ ਹੈ ਸਾਡੀਆਂ। ਇਹ ਸਖਤੀ ਕਿਸੇ ਵੀ ਜਗ੍ਹਾ ਤੇ ਘੱਟ ਨਹੀਂ ਕੀਤੀ ਜਾਂਦੀ, ਇਹਦਾ ਸਖਤੀ ਦਾ ਲੈਵਲ ਵੱਧਦਾ ਹੀ ਜਾਣਾ ਹੈ। ਇਹ ਜ਼ੀਰੋ ਨਹੀਂ ਕਰ ਸਕਦੇ ਤਾਂ ਜਿੰਨਾ ਘਟਾ ਸਕੇ ਅਸੀਂ ਕੋਸ਼ਿਸ਼ ਕੀਤੀ ਹੈ 2 ਸਾਲਾਂ 'ਚ ਘਟਾਉਣ ਦੀ, ਅੱਗੇ ਸਾਡੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ ਵੀ ਸਾਡਾ ਜਿਹੜਾ CCL ਦਾ ਹੱਕ ਆ ਉਹ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਮਿਲੇ, ਨਾ ਕਿ ਕਿਤੇ ਕੋਈ ਹੋਰ ਲੈ ਜਾਏ। ਅਸੀਂ ਇਹ ਜੇ ਕੋਈ ਪੈਡੀ ਆ ਵੀ ਜਾਂਦੀ ਹੈ ਤਾਂ ਡਿਪਾਰਟਮੈਂਟ ਦੀ ਕੋਸ਼ਿਸ਼ ਰਹਿੰਦੀ ਹੈ ਵੀ ਉਹਨੂੰ ਫਟਾਫਟ ਚੌਲਾਂ 'ਚ ਕਨਵਰਟ ਕਰਕੇ, ਹੁਣ ਖਰੀਦ ਤਾਂ ਲਈ ਪਰ ਕੋਈ ਸਾਡਾ ਆਪਰੇਸ਼ਨ ਲਾਸਿਸ ਸਟੇਟ ਤੇ ਨਾ ਪੈਣ। ਆਸ਼ੂ ਜੀ, ਮੰਡੀਕਰਨ ਸਿਸਟਮ ਦੀ ਤੁਸੀਂ ਕਿਹਾ ਪੰਜਾਬ ਦੇ ਵਿੱਚ ਬਹੁਤ ਵਧੀਆ ਹੈਗਾ। ਹਾਲ ਹੀ ਦੇ ਵਿੱਚ ਜਿਹੜੇ ਬਿੱਲ ਪਾਸ ਕੀਤੇ ਗਏ ਪੰਜਾਬ ਵਿਧਾਨ ਸਭਾ ਦੇ ਵਿੱਚ, ਅਕਾਲੀ ਦਲ ਇਹ ਲਗਾਤਾਰ ਡਿਮਾਂਡ ਕਰ ਰਿਹਾ ਕਿ ਪੰਜਾਬ ਨੂੰ ਇੱਕ ਮੰਡੀ ਐਲਾਨ ਦੇਣਾ ਚਾਹੀਦਾ ਹੈਗਾ ਸੀਗਾ, ਉਹ ਸਰਕਾਰ ਨੇ ਨਹੀਂ ਕੀਤਾ। ਕੀ ਕਾਰਨ ਹੈਗੇ ਇਸ ਚੀਜ਼? ਭਾਟੀ ਸਾਹਿਬ, ਤੁਸੀਂ ਪਿਛਲੇ ਸੀਜ਼ਨ 'ਚ ਵੀ ਇੰਟਰਵਿਊ ਕਰਿਆ ਸੀ, ਜਦੋਂ ਮੈਂ ਤੁਹਾਨੂੰ ਦੱਸਿਆ ਸੀਗਾ ਵੀ 1872 ਤੋਂ ਵਧਾ ਕੇ ਅਸੀਂ 4000 ਮੰਡੀ ਕਰਤੀ। ਇਸ ਵਾਰੀ ਵੀ ਅਸੀਂ 1872 ਤੋਂ ਵਧਾ ਕੇ 4400 ਮੰਡੀਆਂ ਕਰਤੀਆਂ। ਸਾਹਿਬ, ਜਿਹੜੀਆਂ ਬਾਕੀ ਮੰਡੀਆਂ ਹੈ ਉਹ ਵੀ ਅਸੀਂ ਨੋਟੀਫਾਈ ਕੀਤੀਆਂ ਨਾ। ਇਹਦਾ ਮਤਲਬ ਸਾਡੇ ਕੋਲ ਪਾਵਰ ਹੈਗੀ। ਉਹ ਜਿਹੜੀ ਪਾਵਰ ਸਾਡੇ ਕੋਲ ਹੈਗੀ, ਜਦੋਂ ਸਾਨੂੰ ਲੋੜ ਪੈਗੀ ਅਸੀਂ ਵਰਤ ਲਾਂਗੇ। ਇਹ ਐਵੇਂ
ਭਰਮਾ ਰਹੇ। ਕਿ ਵਿਧਾਨ ਸਭਾ 'ਚ ਇੱਕ ਬਿੱਲ ਪਾਸ ਕਰਨ ਦੀ ਐਕਟ ਬਣਾਉਣ ਦੀ ਕੋਈ ਲੋੜ ਨਹੀਂ। ਆਲਰੇਡੀ ਐਕਟ 'ਚ ਸਾਡੇ ਕੋਲ ਪਾਵਰ ਹੈ। ਜੇ ਅਸੀਂ 4400 ਮੰਡੀ ਨੋਟੀਫਾਈ ਕਰ ਸਕਦੇ ਹਾਂ ਤਾਂ ਜਦੋਂ ਜ਼ਰੂਰਤ ਪਏਗੀ ਪੰਜਾਬ ਨੂੰ ਨੋਟੀਫਾਈ ਕਰ ਦਿਆਂਗੇ। ਜਦੋਂ ਜ਼ਰੂਰਤ ਪਏਗੀ ਕਿਸੇ ਖਾਸ ਏਰੀਏ ਦੇ ਵਿੱਚ ਕੋਈ ਇਸ ਤਰੀਕੇ ਦਾ ਕਾਰਪੋਰੇਟ ਅਦਾਰਾ ਮੰਡੀ ਬਣਾਉਣ ਜਾ ਰਿਹਾ ਉਹਨੂੰ ਨੋਟੀਫਾਈ ਕਰ ਦਿਆਂਗੇ। ਕਿਉਂਕਿ ਅਕਾਲੀ ਦਲ ਤੇ ਇਹ ਕਹਿ ਰਿਹਾ ਕਿ ਸਾਡੀ ਸਰਕਾਰ ਹੈ ਕਿ ਅਸੀਂ ਪੰਜਾਬ ਨੂੰ ਇੱਕ ਮੰਡੀ ਬਣਾਉਣ ਵਾਲੀ ਗੱਲ ਹੈ ਜੀ। ਇਹ ਤਾਂ ਬੜੀ ਮਾਮੂਲੀ ਜੀ ਗੱਲ ਹੈ। ਮੈਂ ਤੁਹਾਨੂੰ ਹੁਣ ਦੀ ਐਗਜ਼ਾਮਪਲ ਦੇਣਾ ਵੀ ਅੱਜ ਦੀ ਤਰੀਕ 'ਚ ਹੀ ਅਸੀਂ 4400 ਮੰਡੀਆਂ ਕੀਤੀਆਂ ਹੋਈਆਂ। ਅਸੀਂ ਸਕੂਲਾਂ ਨੂੰ ਮੰਡੀ ਯਾਰਡ ਡਿਕਲੇਅਰ ਕਰਤਾ, ਗਰਾਊਂਡਾਂ ਨੂੰ ਮੰਡੀ ਯਾਰਡ ਡਿਕਲੇਅਰ ਕਰਤਾ, ਸ਼ੈਲਰ ਨੂੰ ਮੰਡੀ ਯਾਰਡ ਡਿਕਲੇਅਰ ਕਰਤਾ, ਕੋਈ ਕਿਤੇ ਲੋੜ ਹੈ ਤਾਂ ਮੈਰਿਜ ਪੈਲੇਸਿਸ ਨੂੰ ਮੰਡੀ ਯਾਰਡ ਡਿਕਲੇਅਰ ਕਰਤਾ। ਜੇ ਅੱਗੋਂ ਲੋੜ ਪੈਗੀ ਤਾਂ ਸਾਰੇ ਜ਼ਿਲ੍ਹੇ ਨੂੰ ਕਰ ਦਾਂਗੇ। ਇਹ ਆਲਰੇਡੀ ਪਾਵਰ ਹੈਗੀ। ਇਹ ਸਿਰਫ ਐਵੇਂ ਪੋਲਿਟਿਕਸ ਕਰਦੇ ਪਏ ਆ। ਲੋੜ ਅੱਜ ਉਹਦੇ ਨਾਲ ਲੜਨ ਦੀ ਹੈ ਜਿਹੜੇ ਬਿਲਕੁਲ ਡਿਕਟੇਟਰ ਹੋਏ ਪੰਜਾਬ ਨੂੰ ਇੱਕ ਪਾਸੇ ਐਨ ਮਤਲਬ ਇਕਨੋਮਿਕਲੀ ਇੱਕ ਅੱਡ ਕਰਨ ਨੂੰ ਫਿਰਦੇ ਆ ਸਾਰਿਆਂ ਤੋਂ। ਪਰ ਇਹ ਗੱਲ ਤੁਹਾਡੇ ਐਮਐਲਏ ਵੀ ਕਹਿ ਰਹੇ ਨੇ, ਨਵਜੋਤ ਸਿੱਧੂ ਵੀ ਇਹ ਗੱਲ ਕਹਿ ਰਹੇ ਨੇ ਕਿ ਪੰਜਾਬ ਦੇ ਕੋਲ ਇੱਕ ਬਿਹਤਰ ਮਾਡਲ ਸਰਕਾਰੀ ਖਰੀਦ ਦਾ ਨਹੀਂ ਹੈਗਾ। 5-5 ਪਿੰਡਾਂ ਦੇ ਉੱਤੇ ਇੱਕ ਕੋਲਡ ਸਟੋਰੇਜ ਬਣਾ ਦੇਣਾ ਚਾਹੀਦਾ ਹੈਗਾ। ਕਣਕ ਝੋਨੇ ਤੋਂ ਬਾਹਰ ਸਾਡੇ ਕੋਲ ਸਰਕਾਰੀ ਖਰੀਦ ਦਾ ਕੋਈ ਬਿਹਤਰ ਮਾਡਲ ਨਹੀਂ ਹੈਗਾ। ਉਹ ਹੈਗਾ ਬਾਕੀ ਫਸਲਾਂ ਵਾਸਤੇ। ਜਿਹੜਾ ਕਣਕ ਝੋਨੇ ਤੋਂ ਇਲਾਵਾ ਤੁਸੀਂ ਗੱਲ ਕਰੋ, ਅੱਜ ਜਿਹੜੀ ਲੜਾਈ ਹੈ ਨਾ, ਇਸ ਚੀਜ਼ ਦੀ ਜ਼ਰੂਰਤ ਲੱਗਦੀ ਹੈ। ਇੱਕ ਮਿੰਟ ਸੁਣੋ, ਅੱਜ ਜਿਹੜੀ ਲੜਾਈ ਹੈ ਨਾ ਭਾਟੀਆ ਸਾਹਿਬ, ਗੱਲ ਸਮਝਣ ਦੀ ਕੋਸ਼ਿਸ਼ ਕਰੋ। ਅੱਜ ਤੱਕ ਲੜਾਈ ਇਸ ਚੀਜ਼ ਦੀ ਹੋ ਗਈ ਵੀ ਜੋ ਐਗਜ਼ਿਸਟਿੰਗ ਸਾਡੇ ਕੋਲ ਚੱਲ ਰਿਹਾ ਉਹਨੂੰ ਬਚਾ ਲਓ। ਤੁਸੀਂ ਆਪਦੇ ਐਮਐਲਏ ਨੂੰ ਸਮਝਾ ਦਿਓ, ਉਹਨੂੰ ਬਚਾ ਲਓ। ਮੈਂ ਤੁਹਾਨੂੰ ਇਹੀ ਦੱਸ ਰਿਹਾ ਵੀ ਅੱਜ ਦੀ ਤਰੀਕ 'ਚ ਝੋਨਾ ਤੇ ਕਣਕ ਦੀ ਖਰੀਦ ਇਹ ਵੀ ਬੰਦ ਹੋਣ ਜਾ ਰਹੀ ਹੈ। ਇਹਨੂੰ ਤਾਂ ਬਚਾ ਲਓ। ਅਗਲੀਆਂ ਭਗਵੰਤ ਮਾਨ ਜੀ ਵੀ ਬੋਲ ਰਿਹਾ ਅਸੀਂ 24 ਫਸਲਾਂ ਦੀ ਐਮਐਸਪੀ ਦੇਵਾਂਗੇ। ਟੋਟਲ ਇਕਨੋਮੀ ਕਿੰਨੀ ਹੈ? 70,000 ਕਰੋੜ ਦੀ ਦੋਨੋਂ ਫਸਲਾਂ ਚੱਕੀ ਜਾਂਦੀਆਂ ਤੇ ਪੰਜਾਬ ਦੀ ਇਕਨੋਮੀ ਕਿੰਨੀ ਹੈ? ਪਰ ਇਹ ਤੇ ਡਿਮਾਂਡ ਹੋ ਰਹੀ ਹੈ ਆਪੋਜੀਸ਼ਨ ਵੱਲੋਂ ਕਿ ਸਰਕਾਰ ਐਮਐਸਪੀ ਤੇ ਖਰੀਦ ਜਿਹੜੀ ਹੈਗੀ ਹੈ ਉਹਦੀ ਗਰੰਟੀ ਦੇਵੇ। ਜੇ ਸੈਂਟਰ ਪਿੱਛੇ ਹੱਥ ਖਿੱਚ ਰਿਹਾ ਤੇ ਸਟੇਟ ਗਵਰਨਮੈਂਟ ਉਹਦੀ ਗਰੰਟੀ ਦੇਵੇ ਕਿ ਫਸਲਾਂ ਸਾਰੀਆਂ ਐਮਐਸਪੀ ਤੇ ਖਰੀਦੀਆਂ ਜਾਣਗੀਆਂ। ਇਹ ਆਮ ਆਦਮੀ ਪਾਰਟੀ ਵੀ ਡਿਮਾਂਡ ਕਰ ਰਹੀ ਹੈ ਔਰ ਅਕਾਲੀ ਦਲ ਵੀ ਕਰ ਰਿਹਾ। ਡਿਮਾਂਡ ਵਾਜਬ ਵੀ ਤਾਂ ਹੋਣੀ ਚਾਹੀਦੀ ਹੈ। ਮੇਰੀ ਵੀ ਡਿਮਾਂਡ ਹੈ, ਮੈਨੂੰ ਕੁਤਬ ਮੀਨਾਰ ਦੇ ਦਿਓ। ਇਹ ਡਿਮਾਂਡ ਵਾਜਬ ਵੀ ਤਾਂ ਚਾਹੀਦੀ ਹੈ। ਹਰ ਚੀਜ਼ ਜਿਸ ਦਿਨ ਪੰਜਾਬ ਸਰਕਾਰ ਦਾ ਮੈਨੀਫੈਸਟੋ ਇਸ 17 ਤੋਂ ਪਹਿਲਾਂ ਆਇਆ ਸੀ, ਤੁਸੀਂ ਸਵਾਲ ਕੀਤੇ ਸੀਗੇ ਇਹ ਮੈਨੀਫੈਸਟੋ ਲਈ ਪੈਸਾ ਕਿੱਥੋਂ ਲਿਆਉਂਗੇ? ਇਹ ਕਦੀ ਪੁੱਛਿਆ ਜੇ ਭਗਵੰਤ ਮਾਨ ਨੂੰ? ਇਹ ਕਦੇ ਪੁੱਛਿਆ ਜੇ ਮਜੀਠੀਆ ਸਾਹਿਬ ਨੂੰ? ਹਰ ਚੀਜ਼ ਬੇਮਾਨੀ ਤਰੀਕੇ ਨਾਲ ਗੱਲ ਕਰਨੀ ਉਹ ਚੰਗੀ ਨਹੀਂ ਹੁੰਦੀ। ਅੱਜ ਇੱਕ ਇਹੋ ਜਿਹੀ ਲੜਾਈ ਹੈ ਜਿਹਦੇ 'ਚ ਪੰਜਾਬ ਦੀ ਐਗਜ਼ਿਸਟੈਂਸ ਦਾ ਸਵਾਲ ਹੈ। ਉਹਦੇ ਵਿੱਚ ਬਈ ਕੈਪਟਨ ਅਮਰਿੰਦਰ ਸਿੰਘ ਕਿਤੇ ਨੰਬਰ ਨਾ ਲੈ ਜਾਏ ਤਾਂ ਮੈਂ ਦੋ ਗੱਲਾਂ ਵੱਧ ਕੇ ਬੋਲ ਦਿਆਂ ਤੇ ਨੁਕਸਾਨ ਕਿਹਦਾ? ਸਭ ਕਿਸਾਨ ਦਾ। ਅੱਜ ਲੜਾਈ ਉਹਦੀ ਲੜਾਨ ਇਸ ਤਰੀਕੇ ਲੜੀ ਜਾਣੀ ਚਾਹੀਦੀ ਹੈ ਵੀ ਪੰਜਾਬੀਆਂ ਨੂੰ ਵੀ ਸਹੂਲੀਅਤ ਰਵੇ, ਇਹਨਾਂ ਦਾ ਨੁਕਸਾਨ ਵੀ ਨਾ ਹੋਵੇ ਤੇ ਨਾਲ ਦੀ ਨਾਲ ਜਿਹੜਾ ਅਸਲੀ ਪਰਪਸ ਹੈ ਉਹ ਐਮਐਸਪੀ ਪਿਛਲਾ ਬਚਿਆ ਰਵੇ। ਅੱਗੋਂ 24 ਫਸਲਾਂ ਤੇ ਸਰਕਾਰ ਨੂੰ ਦੇਣਾ ਪਵੇ। ਉਹਦਾ ਮਾਡਲ ਕਿਸ ਤਰੀਕੇ ਲੈ ਕੇ ਜਾਣਾ ਹੈ, ਕਿਸ ਤਰੀਕੇ ਇੱਕ ਸੈਂਟਰ ਗਵਰਨਮੈਂਟ ਨੂੰ ਮਿਲਾਣਾ ਹੈ। ਸੈਂਟਰ ਗਵਰਨਮੈਂਟ ਤਾਂ ਸਾਰੀਆਂ ਪਾਵਰਾਂ ਖੋ ਕੇ ਲੈ ਗਈ। ਜੀਐਸਟੀ ਇੱਥੋਂ ਖੋ ਕੇ ਲੈ ਗਈ। ਸਾਰਾ ਕੁਝ ਤਾਂ ਸੈਂਟਰਲਾਈਜ਼ ਕਰ ਲਿਆ। ਫੈਡਰਲ ਢਾਂਚੇ ਤੇ ਇੱਕੋ ਦਮ ਅਟੈਕ ਕਰਕੇ ਰੱਖਤਾ। ਜਿਹੜੇ ਸਟੇਟ ਲਾਜ਼ ਸੀਗੇ ਉਹਨਾਂ ਨੂੰ ਸਿੱਧਾ ਅਟੈਕ ਕਰਨ ਲੱਗ ਗਏ। ਆਸ਼ੂ ਜੀ, ਇਸ 'ਚ ਲੌਜੀਕਲ ਸਮੱਸਿਆ ਕੀ ਹੈਗੀ ਹੈ ਕਿ ਸਟੇਟ ਗਵਰਨਮੈਂਟ ਫਸਲਾਂ ਐਮਐਸਪੀ ਤੇ ਨਹੀਂ ਖਰੀਦ ਸਕਦੀ, ਖਰੀਦ ਦੀ ਗਰੰਟੀ ਨਹੀਂ ਦੇ ਸਕਦੀ? ਸਰ, ਹਰ ਚੀਜ਼ ਦੇ ਵਿੱਚ ਇਕਨੋਮੀ ਇਨਵੋਲਵ ਹੈ, ਫਾਈਨੈਂਸਿਸ ਇਨਵੋਲਵ ਨੇ। ਤੁਸੀਂ ਉਦੋਂ 70,000 ਕਰੋੜ ਦੀ ਫਸਲ ਚੱਕ ਲੈਂਦੇ। ਮੈਂ ਤੁਹਾਨੂੰ ਕਣਕ ਦਾ ਐਗਜ਼ਾਮਪਲ ਦੇਣਾ। ਕਣਕ ਅਸੀਂ 130 ਲੱਖ ਮੀਟ੍ਰਿਕ ਟਨ ਦੇ ਕਰੀਬ ਪ੍ਰਕਿਓਰ ਕਰਦੇ ਹਾਂ। ਪੰਜਾਬ ਦੇ ਵਿੱਚ ਕਣਕ ਕੱਲੀ ਜਿਹੜੀ ਅਸੀਂ ਪੀਡੀਐਸ ਦੇ ਥਰੂ ਵੰਡਦੇ ਹਾਂ 8 ਲੱਖ ਮੀਟ੍ਰਿਕ ਟਨ ਹੈ। 2 ਲੱਖ ਹੋਰ ਵੰਡ ਲਾਂਗੇ, 4 ਲੱਖ ਹੋਰ ਵੇਚ ਲਾਂਗੇ। ਉਹ 120 ਲੱਖ ਮੀਟ੍ਰਿਕ ਟਨ ਫਸਲ ਕਿੱਥੇ ਰੱਖਣੀ ਹੈ? ਜਾਣੀ ਮੁਲਕ ਦੇ ਦੂਸਰੇ ਹਿੱਸਿਆਂ 'ਚ ਹੈ। ਪੀਡੀਐਸ ਸਿਸਟਮ ਨੂੰ ਮੋਨੀਟਰ ਕਰਦਾ ਹੈ ਸੈਂਟਰਲ ਫੂਡ ਡਿਪਾਰਟਮੈਂਟ। ਉਹਦੇ ਥਰੂ ਜਿਹੜੇ ਕੰਜ਼ਿਊਮਰ ਸਟੇਟਸ ਨੇ ਅਸੀਂ ਭੇਜਦੇ ਹਾਂ। ਇਹ ਸਿਸਟਮ ਬਣਿਆ ਹੋਇਆ ਹੈ। ਇਹ ਬਿਨਾਂ ਮਤਲਬ ਉਸ ਸਿਸਟਮ ਨੂੰ ਕਿਉਂ? ਜਿਹੜੀ ਸੈਂਟਰ ਗਵਰਨਮੈਂਟ ਆ ਉਹਦਾ ਪੰਜਾਬ ਲਈ ਕੋਈ ਰੋਲ ਨਹੀਂ, ਕੋਈ ਉਹਦਾ ਜ਼ਿੰਮੇਵਾਰੀ ਨਹੀਂ ਹੈ। ਜਦੋਂ ਪੰਜਾਬ ਆਪਣੀ ਸਾਰੇ ਹਿੰਦੁਸਤਾਨ ਲਈ ਜ਼ਿੰਮੇਵਾਰੀ ਨਿਭਾਉਂਦਾ ਸੀ ਉਦੋਂ ਉਹੀ ਸੈਂਟਰ ਇਹਦੀ ਪ੍ਰੇਜ਼ ਕਰਦਾ ਸੀ। ਅੱਜ ਜੇ ਫਸਲਾਂ ਬਾਕੀ ਜਗ੍ਹਾ ਹੋਣ ਲੱਗ ਗਈਆਂ ਤੇ ਪੰਜਾਬ ਲਈ ਜ਼ਿੰਮੇਵਾਰੀ ਖਤਮ ਹੋ ਜਾਏ। ਹਿੰਦੁਸਤਾਨ ਮੁਲਕ ਨੂੰ ਚਲਾਉਣ ਲਈ ਐਡਾ ਜਿਗਰਾ ਚਾਹੀਦਾ, ਵੱਡਾ ਦਿਲ ਚਾਹੀਦਾ। ਇਹਦੀ ਡਾਈਵਰਸਿਟੀ ਨੂੰ ਸਮਝਣਾ ਚਾਹੀਦਾ। ਚਲਾ ਰਿਹਾ ਕਹਿੰਦੇ, ਪਤਾ ਨਹੀਂ ਕੀ ਚਲਾ ਰਿਹਾ, ਮੈਨੂੰ ਤਾਂ ਲੱਗਦਾ ਹੀ ਨਹੀਂ। ਦਿੱਲੀ ਹੈ ਨਹੀਂ ਉਹ ਸੀਨੇ ਦੇ ਅੰਦਰ। ਇਹਦੇ 'ਚ ਜੇ ਮੁਲਕ ਦੀ ਡਾਈਵਰਸਿਟੀ ਨੂੰ ਸਮਝਦੇ ਹੋਏ ਹਰੇਕ ਪਾਸੇ ਦੀਆਂ ਮੁਸ਼ਕਿਲਾਂ, ਕਿਹੜੇ ਸੂਬੇ 'ਚ ਕੋਈ ਫਸਲ ਹੁੰਦੀ ਹੈ, ਕਿਹੜੇ 'ਚ ਕੋਈ ਫਸਲ ਹੁੰਦੀ ਹੈ, ਕਿਤੇ ਦਾਲਾਂ ਹੁੰਦੀਆਂ, ਕਿਤੇ ਕਾਟਨ ਹੁੰਦੀ ਹੈ, ਕਿਤੇ
ਕਣਕ ਝੋਨਾ ਹੁੰਦਾ। ਹਰੇਕ ਦਾ ਐਗਰੀਕਲਚਰ ਦਾ ਆਪਣਾ ਆਪਣਾ ਕਾਨੂੰਨ ਹੈ, ਹਰੇਕ ਸੂਬੇ ਦਾ। ਸੈਂਟਰ ਨੂੰ ਉਹਨਾਂ ਨਾਲ ਕੋਆਰਡੀਨੇਟ ਕਰਕੇ ਕਿਸਾਨਾਂ ਦੀ ਜੇ ਮਦਦ ਕਰਨੀ ਹੈ ਤਾਂ ਉਹ ਕਿਸਾਨਾਂ ਨੂੰ ਇੱਕ ਮੰਡੀ ਦੇਣੀ ਚਾਹੀਦੀ ਹੈ। ਉਹ MSP ਦੀਆਂ ਜਿਹੜੀਆਂ ਫਸਲਾਂ ਹੈ ਉਹਨਾਂ ਨੂੰ ਇੰਸ਼ੋਰ ਕਰਨਾ ਚਾਹੀਦਾ ਵੀ ਉਹ ਪੂਰੇ ਰੇਟ ਤੇ ਚੱਕੀਆਂ ਜਾਣ। ਅਸੀਂ ਤਾਂ ਇੰਸ਼ੋਰ ਇੰਨਾ ਕਰਕੇ ਦੇ ਰਹੇ ਹਾਂ, ਤੁਹਾਡੇ ਜ਼ੁਬਾਨ 'ਚ ਹੀ ਗੱਲ ਕਰਦਾ ਵੀ ਜੇ UP ਦਾ ਵੀ ਝੋਨਾ ਕਿਸੇ ਲੋਟ ਇੱਥੇ ਆ ਗਿਆ ਅਸੀਂ ਉਹ ਵੀ ਪੂਰੇ ਰੇਟ ਤੇ ਚੱਕ ਕੇ ਲੈ ਜਾਂਦੇ ਹਾਂ। ਫਿਰ ਇਸ ਸਿਸਟਮ ਨੂੰ ਨਿੰਦਣਾ ਨਹੀਂ ਚਾਹੀਦਾ। ਮੈਂ ਕਹਿੰਦਾ ਪ੍ਰੋਕਿਉਰਮੈਂਟ ਸਾਡੀ ਬੜੀ ਸਾਫ਼ ਸੁਥਰੀ ਹੈ। ਪ੍ਰੋਕਿਉਰਮੈਂਟ ਅਸੀਂ ਇੱਕ ਇੱਕ ਦਾਣਾ ਕਰਕੇ ਦਿੰਦੇ ਹਾਂ। ਸਾਡੇ ਨਲਾਇਕ ਬੰਦੇ ਕਾਲੀਆਂ ਭੇਡਾਂ, ਕਾਲੀਆਂ ਮੱਛਲੀਆਂ, ਜੇ ਤੁਸੀਂ ਮੰਤਰੀ ਵੀ ਕਾਲਾ ਕਹਿੰਦੇ ਹੋ ਤਾਂ ਹੋ ਸਕਦਾ ਆ ਮੰਤਰੀ ਨੂੰ ਸਾਡੇ ਚੀਫ ਮਿਨਿਸਟਰ ਸਾਹਿਬ ਕੱਢ ਦੇਣਗੇ। ਮੰਤਰੀ ਥੱਲੜਿਆਂ ਤੇ ਨਿਗਾਹ ਰੱਖੂਗਾ ਜਿਹੜੇ ਚੋਰ ਬਜ਼ਾਰੀ ਕਰਦੇ ਆ। ਇਹ ਸਾਡਾ ਕੰਮ ਆ। ਜਿਹੜੇ ਭਰਾ ਸਾਡੇ ਇਸ ਸਾਰੇ ਸਿਸਟਮ 'ਚ ਇਨਵੋਲਵ ਨੇ, ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਪੇਮੈਂਟ ਕਿਸਾਨ ਦੇ ਖਾਤੇ 'ਚ ਗਏ ਬਗੈਰ ਹੋਣੀ ਹੀ ਨਹੀਂ। ਕਿਸਾਨ ਸਾਡੇ ਮੋਰੇ ਆਣ ਵੀ ਆਹ ਆੜਤੀ ਹੈ ਜਿਹੜਾ ਪਵਾਉਣ ਨੂੰ ਫਿਰਦਾ, 1 ਮਿੰਟ 'ਚ ਅਸੀਂ ਨਾ ਉਹਦਾ ਲਾਇਸੈਂਸ ਕੈਂਸਲ ਨਾ ਕਰੀਏ ਔਰ ਅੰਦਰ ਨਾ ਦਈਏ ਫਰਾਡ 'ਚ ਤੇ ਸਾਨੂੰ ਫੜ ਲਿਓ। ਇਸ ਨਾਲ ਦੀ ਨਾਲ ਜ਼ਿੰਮੇਵਾਰੀ ਸਾਡੇ ਸਾਰਿਆਂ ਦੀ। ਤੁਸੀਂ ਕਿਹਾ ਸ਼ੈਲਰ ਬਲੈਕਲਿਸਟ ਕੀਤੇ ਆ, ਕੁਝ ਆੜਤੀਆਂ ਤੇ ਵੀ ਕਾਰਵਾਈ ਹੋਈ ਹੈ? ਹਾਂਜੀ, ਮਾਛੀਵਾੜੇ ਤੇ 7 ਆੜਤੀਆਂ ਤੇ ਪਰਚਾ ਹੋਇਆ ਜੀ ਔਰ ਇਨਵੈਸਟੀਗੇਸ਼ਨ ਚੱਲਦੀ ਹੈ। ਸਾਰਾ ਰਿਕਾਰਡ ਚੱਕ ਲਿਆ ਉਹਨਾਂ ਦਾ। ਆਖਰੀ ਸਵਾਲ ਹੈਗਾ, ਜਿਹੜੀਆਂ ਰੇਲਾਂ ਰੁਕੀਆਂ ਹੋਈਆਂ ਨੇ, ਮਾਲ ਗੱਡੀਆਂ ਰੁਕੀਆਂ ਹੋਈਆਂ ਨੇ ਜਿਹੜੀਆਂ, ਉਹਨਾਂ ਦਾ ਕੀ ਅਸਰ ਹੈਗਾ? ਕਿਉਂਕਿ ਇੰਡਸਟਰੀ ਦੇ ਲੋਕਾਂ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ, ਉਹਨਾਂ ਨੂੰ ਕੱਚਾ ਮਾਲ ਨਹੀਂ ਮਿਲ ਰਿਹਾ, ਉਹਨਾਂ ਦੀ ਆਪਣੀ ਕਿਸਮ ਦੀ ਸਮੱਸਿਆਵਾਂ ਹੈਗੀਆਂ। ਤੁਹਾਡੇ ਡਿਪਾਰਟਮੈਂਟ ਤੇ ਕਿਸੇ ਤਰ੍ਹਾਂ ਦਾ ਅਸਰ ਹੈਗਾ? ਬਿਲਕੁਲ ਜੀ, ਸਭ ਜਗ੍ਹਾ ਹੀ ਅਸਰ ਹੈ। ਜਦੋਂ ਸਾਰੇ ਕਿਸਾਨਾਂ ਨੇ ਟਰੈਕ ਖਾਲੀ ਕਰਤੇ, ਹੁਣ ਕਾਹਦੇ ਵਾਸਤੇ ਉਹਨਾਂ ਨੇ ਟ੍ਰੇਨਾਂ ਬੰਦ ਕਰੀਆਂ? ਫਿਰ ਉੱਤੋਂ ਲਿਖ ਕੇ ਭੇਜ ਦਿੰਦੇ ਆ ਜੀ ਸਾਨੂੰ ਸਿਕਿਉਰਿਟੀ ਇੰਸ਼ੋਰ ਕਰੋ। ਕੋਈ 1 ਮਹੀਨੇ ਤੋਂ ਐਜੀਟੇਸ਼ਨ ਚੱਲਦੀ ਹੈ, ਕੋਈ ਇੱਕ ਅਣਸੁਖਾਵੀਂ ਘਟਨਾ ਤੁਸੀਂ ਰਿਪੋਰਟ ਕਰੀ? ਕਿਸੇ ਦਾ ਸਿਰ ਹੀ ਪਾਟਾ ਹੈ, ਕਿਸੇ ਦੇ ਚੀਰਾ ਹੀ ਆਇਆ ਹੈ। ਟ੍ਰੇਨਾਂ ਪਟੜੀਆਂ ਪੱਟੀਆਂ ਜਾਣਗੀਆਂ ਜੀ, ਟ੍ਰੇਨਾਂ ਨੂੰ ਅੱਗ ਲਾ ਦੇਣਗੇ ਜੀ। ਐਦਾਂ ਦੇ ਪੰਜਾਬੀ ਹੈ ਨਹੀਂ। ਪੰਜਾਬ 'ਚ ਤੇ ਕਿਸਾਨ ਮਰੇ ਆ ਪਟੜੀਆਂ ਤੇ। ਇੱਥੇ ਕਿਸਾਨ ਮਰਨ ਡੇ ਹੈ ਤੇ ਉਹਨਾਂ ਨੂੰ ਆਪਣੀ ਸਿਕਿਉਰਿਟੀ ਦੀ ਪੈ ਗਈ, ਕਿਸਾਨਾਂ ਦੀ ਸਿਕਿਉਰਿਟੀ ਦੀ ਹੈ ਨਹੀਂ ਕੋਈ। ਇਹ ਕਿਸਾਨ ਆਪ ਕਹਿ ਰਹੇ ਆ ਰੇਲ ਗੱਡੀਆਂ ਚਲਾਓ। ਕੱਲ ਵੀ ਕਿਹਾ ਉਹਨਾਂ ਨੇ ਅਸੀਂ ਟਰੈਕ ਖਾਲੀ ਕੀਤੇ, ਰੇਲ ਗੱਡੀਆਂ ਚਲਾਓ, ਪਰ ਪੈਸੰਜਰ ਨਹੀਂ ਚੱਲਣ ਦੇਣੀ, ਪਰ ਧੱਕਾ ਕਰਨਾ ਹੈ। ਪੰਜਾਬ ਨੂੰ ਧੱਸ ਕੇ ਰੱਖਣਾ ਹੈ। ਪੰਜਾਬ ਨੂੰ ਨਾ ਮੁਗਲ ਦੱਬ ਸਕੇ, ਪੰਜਾਬ ਨੂੰ ਨਾ ਅੰਗਰੇਜ਼ ਦੱਬ ਸਕੇ, ਨਾ ਹੀ ਇਹ ਕਾਲਾ ਅੰਗਰੇਜ਼ ਦੱਬ ਸਕੂਗਾ। ਇਹ ਇੱਕ ਪੱਖ ਹੈਗਾ। ਦੂਸਰਾ ਪੱਖ ਇਹ ਹੈਗਾ ਕਿ ਮਾਲ ਗੱਡੀਆਂ ਨਾ ਚੱਲਣ ਦੀ ਵਜ੍ਹਾ ਨਾਲ, ਕੇਂਦਰ ਨੇ ਰੋਕ ਦਿੱਤੀਆਂ ਉਹ ਵੱਖਰੀ ਗੱਲ ਹੈਗੀ ਹੈ, ਮਾਲ ਗੱਡੀਆਂ ਨਾ ਚੱਲਣ ਦੀ ਵਜ੍ਹਾ ਨਾਲ ਉਸ ਦੇ ਵਿੱਚ ਮੈਂ ਕਿਸ ਨੇ ਰੋਕੀ ਉਹਦਾ ਜ਼ਿਕਰ ਨਹੀਂ ਕਰ ਰਿਹਾ, ਉਹਦਾ ਅਸਰ ਕੀ ਹੈਗਾ ਤੁਹਾਡੇ ਡਿਪਾਰਟਮੈਂਟ? ਸਰ ਡਿਪਾਰਟਮੈਂਟ ਤੇ ਅਸਰ ਹੈ, ਜਿਵੇਂ ਮੈਂ ਤੁਹਾਨੂੰ ਸ਼ੁਰੂਆਤ ਵਿੱਚ ਕਿਹਾ ਸੀਗਾ ਵੀ ਇੱਕ ਤਾਂ ਸਾਡੀ ਮੂਵਮੈਂਟ ਉੜ ਗਈ। ਪਹਿਲਾਂ ਪ੍ਰੋਕਿਉਰਮੈਂਟ ਦੀ ਗੱਲ ਕਰੀਏ ਤਾਂ ਪ੍ਰੋਕਿਉਰ ਅਸੀਂ ਕਿਸੇ ਬੋਰੀ 'ਚ ਹੀ ਕਰਨਾ ਹੁੰਦਾ, ਉਹ ਸਾਡੀਆਂ ਬੋਰੀਆਂ ਪਿੱਛੇ ਰੁਕ ਗਈਆਂ। ਇਹ ਤਾਂ ਇੰਡਸਟਰੀ ਵਾਲਿਆਂ ਨਾਲ ਔਰ ਮਹਿਕਮੇ ਦੀ ਕਾਬਲੀਅਤ ਹੈ ਵੀ ਉਹਨਾਂ ਨੇ B ਕਲਾਸ ਬਾਰਦਾਨਾ ਸ਼ੈਲਰ ਵਾਲਿਆਂ ਨੂੰ 70% ਬਾਰਦਾਨਾ ਅਲਾਓ ਕਰਾ ਕੇ ਦਿੱਤਾ ਤੇ ਫਟਾਫਟ ਸਾਡੀ ਪ੍ਰੋਕਿਉਰਮੈਂਟ ਨਿਰਵਿਘਨ ਚੱਲ ਰਹੀ ਹੈ। ਪਰ ਅੱਜ ਵੀ ਦਿੱਲੀ ਔਰ ਮੁਰਾਦਾਬਾਦ ਲਾਗੇ ਸਾਡੇ ਕੰਟੇਨਰ ਫਸੇ ਖੜੇ ਔਰ ਕੁਝ ਕਲਕੱਤੇ ਤੋਂ ਹਲੇ ਚੱਲੇ ਹੀ ਨਹੀਂ, ਕਿਉਂਕਿ ਰਾਸਤੇ 'ਚ ਕਿੰਨੇ ਕੁ ਕੰਟੇਨਰ ਖੜਨਗੇ। ਜੇ ਖੁੱਲ੍ਹਦੀ ਹੈ ਤਾਂ ਸਾਡੀ ਇਮੀਡੀਏਟ ਜਿੰਨੀਆਂ ਬੋਰੀਆਂ ਦੀ ਕਮੀ ਹੈ ਉਹ ਪੂਰੀ ਹੋ ਜਾਏਗੀ। ਅਸੀਂ ਇੱਥੇ ਆਵਾਂਗੇ, ਸ਼ੈਲਰ ਚੱਲਣ ਲੱਗ ਜਾਣਗੇ, ਕਿਉਂਕਿ ਜਿਹੜਾ ਚਾਵਲ ਹੈ ਉਹ ਨਵੀਂ ਪੈਡੀ ਜ਼ਰੂਰ ਅਸੀਂ ਪੁਰਾਣੀ ਬੋਰੀ 'ਚ ਪ੍ਰੋਕਿਉਰ ਕਰ ਸਕਦੇ ਹਾਂ, ਪਰ ਚਾਵਲ ਨਵੀਂ ਬੋਰੀ 'ਚ ਜਿਹਦੇ ਉੱਤੇ ਮਾਰਕਾ ਲੱਗਿਆ ਹੁੰਦਾ ਉਹਦੇ 'ਚ ਹੀ ਅਸੀਂ FCI ਨੂੰ ਦੇ ਸਕਦੇ ਹਾਂ, ਉਹ ਦੇਣਾ ਪੈਂਦਾ। ਫਿਰ ਸਾਡਾ ਜਿਹੜਾ ਲੱਖਾਂ ਟਨ ਭੰਡਾਰ ਅੰਦਰ ਪਿਆ ਸੀ, ਜਿਹਦੇ ਕਰਕੇ ਅਸੀਂ ਮਿਹਨਤ ਕਰਦੇ ਸੀ, ਅੱਜ ਮੌਕਾ ਸੀਗਾ ਕਰੋਨਾ ਕਰਕੇ ਫਟਾਫਟ ਉਹਨੂੰ ਭੇਜਣ ਦਾ। ਪਿਛਲੇ 1 ਮਹੀਨੇ ਤੋਂ ਅਸੀਂ ਇੱਕ ਗੱਡੀ ਨਹੀਂ ਭੇਜ ਪਾਏ। ਤਕਰੀਬਨ ਰੋਜ਼ ਦੀਆਂ 40-50 ਸਪੈਸ਼ਲਸ ਰਿਕਾਰਡ ਸਪੈਸ਼ਲਸ ਜਾ ਰਹੀਆਂ ਸੀਗੀਆਂ। ਸਾਡੀ ਕਾਸਟ ਤੇ ਹਰਿਆਣਾ, ਮੱਧ ਪ੍ਰਦੇਸ਼ ਨੇ ਆਪਣਾ ਸਟਾਕ ਕਲੀਅਰ ਕਰ ਲਿਆ। ਹੁਣ ਸਾਡੇ ਕੋਲ 130-35-40 ਲੱਖ ਮੀਟ੍ਰਿਕ ਟਨ ਦੇ ਕਰੀਬ ਕਣਕ ਪਈ ਹੈ, 2-2 ਸਾਲ ਪੁਰਾਣੀ ਕਣਕ ਪਈ ਹੈ, ਜਿਹੜੀ ਆਉਣ ਵਾਲੇ ਟਾਈਮ 'ਚ ਜਦੋਂ ਖਰਾਬਾ ਹੋ ਗਿਆ, ਜੇ ਸੁਸਰੀ ਸਸਰੀ ਲੱਗ ਗਈ, ਉਹਦਾ ਆਟਾ ਫਾਰਮੇਸ਼ਨ ਹੋ ਜਾਂਦੇ, ਸਾਰੇ ਡੈਮੇਜ ਸਟੇਟ ਨੂੰ ਪੈਣਗੇ। ਅਲਟੀਮੇਟਲੀ ਕਿਸਾਨਾਂ ਦਾ ਪੈਸਾ ਹੈ, ਸਾਰੇ ਪੰਜਾਬੀਆਂ ਦਾ ਪੈਸਾ ਹੈ, ਉਹਨਾਂ ਦੀ ਖੂਨ ਪਸੀਨੇ ਦੀ ਕਮਾਈ ਦਾ ਪੈਸਾ ਹੈ। ਨੁਕਸਾਨ ਸਾਰੇ ਪੰਜਾਬ ਨੂੰ ਉਹਦਾ ਪੈਂਦਾ। ਬਹੁਤ ਬਹੁਤ ਧੰਨਵਾਦ ਆਸ਼ੂ ਜੀ ਗੱਲਬਾਤ ਕਰਨ ਲਈ। ਸੋ ਇਹ ਸਨ ਭਾਰਤ ਭੂਸ਼ਣ ਆਸ਼ੂ, ਜਿਨ੍ਹਾਂ ਨੇ ਕੁਝ ਇੰਪੋਰਟੈਂਟ ਗੱਲਾਂ ਕਹੀਆਂ ਨੇ, ਜਿਸ ਨੂੰ ਪੈਡੀ ਸਕੈਮ, ਝੋਨੇ ਦਾ ਸਕੈਮ ਪੰਜਾਬ ਦੇ ਵਿੱਚ ਕਿਹਾ ਜਾ ਰਿਹਾ। ਉਹ ਕਹਿ ਰਹੇ ਕਿ ਉਹ ਜਾਂਚ ਲਈ ਤਿਆਰ ਨੇ, ਚਾਹੇ ਮੁੱਖ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਵੀ ਜਾਂਚ ਕਰਵਾਉਣ, ਉਸ ਜਾਂਚ ਦੇ ਵਿੱਚ ਸ਼ਾਮਿਲ ਹੋਣ ਨੂੰ ਤਿਆਰ ਨੇ। ਦੂਸਰੀ ਗੱਲ ਜਿਹੜੀ ਉਹ ਕਹਿ ਰਹੇ ਨੇ ਕਿ ਲੱਖਾਂ ਮੀਟ੍ਰਿਕ ਟਨ ਝੋਨਾ ਹੈਗਾ ਜਿਹੜਾ ਹਰ ਸਾਲ ਸਮਗਲ ਹੁੰਦਾ। ਇਸ ਵਾਰੀ ਰਾਈਸ ਮਿਲਰਸ ਦੇ ਉੱਤੇ ਕਾਰਵਾਈ ਕੀਤੀ ਗਈ ਹੈ, ਕੁਝ ਆੜ੍ਹਤੀਆਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ, ਪਰ ਫਿਲਹਾਲ ਭਾਰਤ ਭੂਸ਼ਣ ਆਸ਼ੂ ਦਾ ਦਾਅਵਾ ਹੈ ਕਿ ਜਾਂਚ ਜਾਰੀ ਨੇ, ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਹੋਰ ਲੋਕਾਂ ਤੇ ਕਾਰਵਾਈ ਹੋ ਸਕਦੀ ਹੈ। ਬਾਕੀ ਖਬਰਾਂ ਦੇ ਲਈ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ। ਫਿਲਹਾਲ ਦੇ ਲਈ ਬਹੁਤ ਬਹੁਤ ਧੰਨਵਾਦ।